हाँ जी, ਰੀਨਸ ਐਂਡ ਐਰੋਮੈਟਿਸਿਟੀ ਦੀ 5ਵੀਂ ਵੀਡੀਓ। ਜਿਵੇਂ ਕਿ ਲਾਸਟ ਵੀਡੀਓ ਦੇ ਵਿੱਚ ਆਪਾਂ ਕੀਤਾ ਸੀਗਾ ਬੇਸਿਕ ਇੰਟਰੋਡਕਸ਼ਨ ਜਿਹੜੀ ਕੀਤੀ ਸੀਗੀ ਰਿਐਕਸ਼ਨਸ ਦੀ, ਜਿਹੜੀਆਂ ਰੀਨਸ ਦੇ ਵਿੱਚ ਹੁੰਦੀਆਂ ਨੇ। ਐਂਡ ਉਸ ਤੋਂ ਬਾਅਦ ਆਪਾਂ ਕੀਤਾ ਸੀਗਾ ਮਕੈਨਿਜ਼ਮ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦਾ, ਜਿਹੜੀਆਂ ਐਰੋਮੈਟਿਕ ਕੰਪਾਊਂਡਸ ਦੇ ਵਿੱਚ ਹੁੰਦੀਆਂ ਨੇ। ਹੁਣ ਆਪਾਂ ਉਹਦੇ ਵਿੱਚ ਪੜ੍ਹਿਆ ਸੀਗਾ ਵੀ ਜਿਹੜਾ ਮਕੈਨਿਜ਼ਮ ਹੈ ਉਹਦੇ ਵਿੱਚ 2 ਸਟੈਪ ਹੁੰਦੇ ਬੇਸਿਕਲੀ। ਪਹਿਲਾ ਸਟੈਪ ਹੁੰਦਾ ਜਿਹੜਾ ਉਹਦੇ ਵਿੱਚ ਕਾਰਬੋਕੈਟਾਇਨ ਬਣਦਾ, ਠੀਕ ਹੈ, ਜਾਂ ਕਹਿ ਲਓ ਅਰੀਨੀਅਮ ਆਇਨ ਬਣਦਾ। ਅਤੇ ਉਹ ਸਲੋ ਸਟੈਪ ਹੁੰਦਾ, ਰੇਟ ਡਿਟਰਮਾਈਨਿੰਗ ਸਟੈਪ ਹੁੰਦਾ। ਜਿਹੜਾ ਨੈਕਸਟ ਸਟੈਪ ਹੁੰਦਾ ਉਹਦੇ ਵਿੱਚ ਆਪਣੇ ਕੋਲ H ਪੋਜ਼ੀਟਿਵ ਜਿਹੜਾ ਹੈ ਉਹ ਰਿਲੀਜ਼ ਹੁੰਦਾ ਗਾ, ਠੀਕ ਹੈ। H ਪੋਜ਼ੀਟਿਵ ਐਲੀਮੀਨੇਟ ਹੋ ਜਾਂਦਾ ਜਾਂ ਐਬਸਟਰੈਕਟ ਕਰ ਲੈਂਦਾ। Z ਨੈਗੇਟਿਵ ਹੈ ਜਿਹੜਾ ਉਹ H ਪੋਜ਼ੀਟਿਵ ਨੂੰ ਐਬਸਟਰੈਕਟ ਕਰ ਲੈਂਦਾ ਅਤੇ ਆਪਣੇ ਕੋਲ ਸਬਸਟੀਟਿਊਟਡ ਜਿਹੜਾ ਹੈ ਉਹ ਬੈਂਜ਼ੀਨ ਡੈਰੀਵੇਟਿਵ ਜਿਹੜਾ ਉਹ ਬਣ ਜਾਂਦਾ, ਠੀਕ ਹੈ। ਅਤੇ ਜਿਹੜਾ ਸੈਕਿੰਡ ਸਟੈਪ ਹੈ ਉਹ ਫਾਸਟ ਸਟੈਪ ਹੁੰਦਾ। ਦੋਨੇ ਸਟੈਪ ਮੈਂ ਇੱਥੇ ਲਿਖਤੇ ਆ ਦੁਬਾਰਾ, ਠੀਕ ਹੈ। ਹੁਣ ਗੱਲ ਇਹ ਹੈ ਵੀ ਮਕੈਨਿਜ਼ਮ ਤਾਂ ਆਪਾਂ ਕਰ ਲਿਆ ਵੀ ਹਾਂ 2 ਸਟੈਪ ਨੇ, ਠੀਕ ਹੈ। ਤਾਂ ਉੱਥੇ ਬੇਸਿਕਲੀ 2 ਕੁਐਸ਼ਚਨਸ ਆਪਣੇ ਕੋਲ ਅਰਾਈਜ਼ ਹੁੰਦੇ ਨੇ, ਠੀਕ ਹੈ। ਮਤਲਬ 2 ਕੁਐਸ਼ਚਨ ਕੀ ਨੇ ਆਪਣੇ ਕੋਲ। ਪਹਿਲਾ ਜਿਹੜਾ ਕੁਐਸ਼ਚਨ ਹੈ ਉਹ ਇਹ ਵੀ ਜਿਹੜਾ ਫਸਟ ਸਟੈਪ ਹੈ ਉਹੀ ਕਿਉਂ ਰੇਟ ਡਿਟਰਮਾਈਨਿੰਗ ਸਟੈਪ ਹੈ, ਠੀਕ ਹੈ। ਸੈਕਿੰਡ ਸਟੈਪ ਕਿਉਂ ਨਹੀਂ ਹੈਗਾ। ਦੂਸਰੀ ਗੱਲ ਵੀ ਜਿਹੜੀ ਰਿਐਕਸ਼ਨ ਹੈ ਉਹ 2 ਸਟੈਪਸ ਦੇ ਵਿੱਚ ਹੀ ਕਿਉਂ ਹੁੰਦੀ ਹੈ, ਇੱਦਾਂ ਦਾ ਹੀ ਮਕੈਨਿਜ਼ਮ ਕਿਉਂ ਲਿਆ। ਸਿੰਗਲ ਸਟੈਪ ਰਿਐਕਸ਼ਨ ਕਿਉਂ ਨਹੀਂ ਹੋ ਸਕਦੀ, ਮਤਲਬ ਇੱਦਾਂ ਕਿਉਂ ਨਹੀਂ ਹੋ ਸਕਦਾ ਵੀ ਸੇਮ ਟਾਈਮ 'ਤੇ ਹੀ H ਪੋਜ਼ੀਟਿਵ ਰਿਮੂਵ ਹੋਵੇ, ਸੇਮ ਟਾਈਮ 'ਤੇ ਹੀ E ਪੋਜ਼ੀਟਿਵ ਹੈ ਜਿਹੜਾ ਉਹ ਐਡ ਹੋਵੇ, ਠੀਕ ਹੈ। ਉਹਦੇ ਨਾਲ ਹੀ H ਪੋਜ਼ੀਟਿਵ ਰਿਮੂਵ ਹੋ ਗਿਆ। ਤਾਂ ਇੱਕ ਸਟੈਪ ਦੇ ਵਿੱਚ ਇਹ ਰਿਐਕਸ਼ਨ ਕਿਉਂ ਨਹੀਂ ਹੋ ਸਕਦੀ। ਤਾਂ ਇਹ ਚੀਜ਼ ਜਿਹੜੀ ਹੈ ਆਪਾਂ ਬੇਸਿਕਲੀ ਹੁਣ ਕਰਨੀ ਹੈ। ਅਤੇ ਇਸ ਚੀਜ਼ ਵਾਸਤੇ ਆਪਾਂ ਨੂੰ ਚਾਹੀਦੇ ਨੇ ਸਬੂਤ, ਮਤਲਬ ਐਵੀਡੈਂਸ, ਠੀਕ ਹੈ। ਤਾਂ ਇਹ ਜਿਹੜਾ ਮਕੈਨਿਜ਼ਮ ਹੈ ਆਪਣਾ, ਕਿਉਂਕਿ 2 ਸਟੈਪਸ ਦੇ ਵਿੱਚ ਹੁੰਦਾ, ਤਾਂ ਬੇਸਿਕਲੀ ਨਾ ਮਕੈਨਿਜ਼ਮ 2 ਤਰ੍ਹਾਂ ਦੇ ਹੁੰਦੇ ਆ। ਜਿਹੜੇ ਇੱਕ ਸਟੈਪ ਦੇ ਵਿੱਚ ਹੋ ਜਾਂਦੇ ਆ, ਠੀਕ ਹੈ, ਉਹਨਾਂ ਨੂੰ ਆਪਾਂ ਕਹਿੰਦੇ ਹਾਂ 1 ਸਟੈਪ ਮਕੈਨਿਜ਼ਮ ਜਾਂ ਫਿਰ ਕੰਸਰਟਡ CONCERTED ਕੰਸਰਟਡ ਮਕੈਨਿਜ਼ਮ, ਠੀਕ ਹੈ। ਜਿਹੜੇ ਇੱਕ ਤੋਂ ਵੱਧ ਸਟੈਪਸ ਦੇ ਵਿੱਚ ਹੁੰਦੇ ਆ, ਦੂਸਰੇ ਜਿਹੜੇ ਉਹ ਹੁੰਦੇ ਆ ਆਪਣੇ ਕੋਲ ਸਟੈਪ ਵਾਈਜ਼, ਠੀਕ ਹੈ। ਸਟੈਪ ਵਾਈਜ਼ ਜਾਂ ਮੈਨੀ ਸਟੈਪ ਮਕੈਨਿਜ਼ਮ, ਠੀਕ ਹੈ। ਇੱਦਾਂ ਤੁਸੀਂ ਇਹਨਾਂ ਨੂੰ 2 ਤਰ੍ਹਾਂ ਦੇ ਮਕੈਨਿਜ਼ਮ ਆਪਣੇ ਕੋਲ ਜਨਰਲੀ ਪਾਏ ਜਾਂਦੇ ਆ। ਅਤੇ ਹੁਣ ਆਪਣੇ ਕੋਲ ਇਹ ਸਟੈਪ ਵਾਈਜ਼ ਮਕੈਨਿਜ਼ਮ ਆਪਾਂ ਪੜ੍ਹਿਆ। ਹੁਣ ਇਹਨੂੰ ਆਪਾਂ ਦੱਸਣਾ, ਇਹਨੂੰ ਪ੍ਰੂਵ ਕਰਨਾ ਹੁਣ ਆਪਾਂ ਵੀ ਹਾਂ ਇਹ ਜਿਹੜਾ ਹੈ ਇਹ ਸਟੈਪ ਵਾਈਜ਼ ਮਕੈਨਿਜ਼ਮ ਹੀ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ ਪ੍ਰੂਵ ਕੀ ਕਰਨਾ ਗਾ ਵੀ ਜਿਹੜਾ ਪਹਿਲਾ ਸਟੈਪ ਆ ਉਹੀ ਰੇਟ ਡਿਟਰਮਾਈਨਿੰਗ ਸਟੈਪ ਆ। ਹੁਣ ਇਹਦੇ ਲਈ ਆਪਾਂ ਜਿਹੜੀ ਕਰਾਂਗੇ ਉਹ ਹੈਲਪ ਲਵਾਂਗੇ ਆਪਾਂ ਆਈਸੋਟੋਪਿਕ ਟ੍ਰੇਸਰ ਸਟੱਡੀਜ਼ ਦੀ। ਇਹ ਵੈਸੇ ਤਾਂ ਪਹਿਲੇ ਸਮੈਸਟਰ ਦੇ ਵਿੱਚ ਆਉਂਦਾ, ਬੇਸਿਕਸ ਦੇ ਵਿੱਚ ਕਰਨਾ ਬਣਦਾ ਸੀਗਾ, ਪਰ ਉਹਦੇ ਨਾਲ ਬਹੁਤ ਜ਼ਿਆਦਾ ਲੈਂਥੀ ਹੋ ਜਾਂਦੇ ਬੇਸਿਕਸ, ਠੀਕ ਹੈ। ਅਤੇ ਜਿੰਨੀ ਕੁ ਲੋੜ ਹੈ ਉਹਨਾਂ ਕੁ ਮੈਂ ਦੱਸ ਦਿੰਦਾ। ਮਤਲਬ ਆਈਸੋਟੋਪਿਕ ਟ੍ਰੇਸਰ ਸਟੱਡੀਜ਼ ਹੁੰਦੀਆਂ ਜਿਹੜੀਆਂ, ਇਹਨਾਂ ਦੇ ਵਿੱਚ ਕੀ ਹੁੰਦਾ ਵੀ ਆਈਸੋਟੋਪ ਆਪਾਂ ਨੂੰ ਪਤਾ ਵੀ ਕੀ ਹੁੰਦੇ ਨੇ। ਇੱਕੋ ਹੀ ਐਲੀਮੈਂਟ ਹੈ, ਜਿਵੇਂ ਹਾਈਡਰੋਜਨ ਹੈ, ਉਹਦੇ ਵਿੱਚ ਅਟੋਮਿਕ ਨੰਬਰ ਸੇਮ ਹੈ ਪਰ ਡਿਫਰੈਂਟ ਅਟੋਮਿਕ ਮਾਸ ਹੈ। ਜਿਵੇਂ ਹਾਈਡਰੋਜਨ ਦੇ ਕਿਹੜੇ ਹੁੰਦੇ ਆ, ਪ੍ਰੋਟੀਅਮ, ਡਿਊਟੀਰੀਅਮ, ਟ੍ਰੀਟੀਅਮ, 3 ਹੁੰਦੇ ਆ ਆਈਸੋਟੋਪ, ਠੀਕ ਹੈ। ਇਸੇ ਤਰ੍ਹਾਂ ਹੀ ਕਾਰਬਨ 12 ਕਾਰਬਨ 13 ਅਤੇ ਕਾਰਬਨ 14, ਨਾਈਟ੍ਰੋਜਨ ਦੇ 14 ਅਤੇ 16, ਠੀਕ ਹੈ। ਇੱਦਾਂ ਹੀ 15 ਵੀ ਹੁੰਦਾ। ਤਾਂ ਇਸੇ ਤਰ੍ਹਾਂ ਹੀ ਜਿਹੜੇ ਹੈ ਆਪਣੇ ਕੋਲ ਆਈਸੋਟੋਪਸ ਜਿਹੜੇ ਐਗਜ਼ਿਸਟ ਕਰਦੇ ਆ। ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ, ਹਾਈਡਰੋਜਨ ਨੂੰ ਆਪਾਂ ਰਿਪਲੇਸ ਕਰ ਦਾਂਗੇ ਡਿਊਟੀਰੀਅਮ ਦੇ ਨਾਲ, ਠੀਕ ਹੈ। ਤਾਂ ਆਈਸੋਟੋਪਿਕ ਸਬਸਟੀਟਿਊਸ਼ਨ ਕਰਤੀ ਆਪਾਂ, ਮਤਲਬ ਹਾਈਡਰੋਜਨ ਨੂੰ ਸਬਸਟੀਟਿਊਟ ਕਰਤਾ, ਸਾਰੇ ਹਾਈਡਰੋਜਨ ਦੀ ਥਾਂ 'ਤੇ ਸਾਰੇ ਡਿਊਟੀਰੀਅਮ ਲਗਾਤੇ 6 ਦੇ 6, ਠੀਕ ਹੈ। ਹੁਣ ਇੱਥੇ ਫਰਕ ਕੀ ਪਊਗਾ ਵੀ ਜਿਹੜੀ ਰਿਐਕਸ਼ਨ ਹੈ ਜਿੱਥੇ C ਅਤੇ H, ਡਿਊਟੀਰੀਅਮ ਦਾ ਜਿਹੜਾ ਵੇਟ ਦੁੱਗਣਾ ਹੁੰਦਾ ਹਾਈਡਰੋਜਨ ਨਾਲੋਂ, ਠੀਕ ਹੈ। ਅਤੇ ਵੇਟ ਦੁੱਗਣਾ ਹੁੰਦਾ, ਉਸ ਤੋਂ ਬਾਅਦ ਸਾਈਜ਼ ਵੀ ਵੱਡਾ ਹੁੰਦਾ ਹਾਈਡਰੋਜਨ ਨਾਲੋਂ। ਜਿੰਨਾ ਵੱਡਾ ਸਾਈਜ਼ ਹੋਊਗਾ ਉਨੀ ਵਧੀਆ ਬੌਂਡਿੰਗ ਹੋਈ ਵੀ ਹੋਊ ਉਹਦੀ ਕਾਰਬਨ ਨਾਲ, ਤਾਂ ਓਨਾ ਹੀ ਵੱਧ ਟਾਈਮ ਲੱਗੂਗਾ ਉਹਨੂੰ ਬੌਂਡ ਤੋੜਨ ਨੂੰ, ਠੀਕ ਹੈ। ਅਤੇ ਕਾਰਬਨ ਡਿਊਟੀਰੀਅਮ ਬੌਂਡ ਹੈ ਜਿਹੜਾ ਉਹ ਵੱਧ ਟਾਈਮ ਲਊਗਾ ਟੁੱਟਣ ਨੂੰ, ਅਤੇ ਕਾਰਬਨ ਹਾਈਡਰੋਜਨ ਬੌਂਡ ਹੈ ਜਿਹੜਾ ਉਹ ਛੇਤੀ ਟੁੱਟ ਜੂਗਾ, ਠੀਕ ਹੈ। ਤਾਂ 2 ਰਿਐਕਸ਼ਨਸ ਨੇ ਆਪਣੇ ਕੋਲ ਬੇਸਿਕਲੀ, ਆਹ ਵਾਲੀ ਅਤੇ ਆਹ ਵਾਲੀ। ਹਾਈਡਰੋਜਨ ਦੀ ਥਾਂ 'ਤੇ ਡਿਊਟੀਰੀਅਮ ਲਾਤਾ, ਰਿਐਕਸ਼ਨ ਸੇਮ ਹੀ ਹੈ, ਠੀਕ ਹੈ। E ਦੇ ਨਾਲ ਆਪਾਂ ਸਬਸਟੀਟਿਊਸ਼ਨ ਕਰਵਾਈ ਹੈ, E ਪੋਜ਼ੀਟਿਵ ਦੇ ਨਾਲ, ਇਲੈਕਟ੍ਰੋਫਾਈਲ ਦੇ ਨਾਲ, ਠੀਕ ਹੈ। ਹੁਣ ਜਦੋਂ ਦੇਖਿਆ ਗਿਆ ਦੋਨਾਂ ਰਿਐਕਸ਼ਨਸ ਦੀ ਸਟੱਡੀ ਕੀਤੀ ਗਈ ਤਾਂ ਇੱਥੇ ਕੀ ਪਾਇਆ ਗਿਆ ਵੀ ਦੋਨਾਂ ਦਾ ਰੇਟ ਸੇਮ ਹੈ, ਠੀਕ ਹੈ। ਹੁਣ ਦੋਨਾਂ ਦਾ ਰੇਟ ਸੇਮ ਕਿਵੇਂ ਹੋ ਗਿਆ, ਕਿਉਂਕਿ ਆਪਾਂ ਕੀ ਕਹਿ ਰਹੇ ਹਾਂ ਵੀ D ਜਿਹੜਾ ਟੁੱਟਣ ਨੂੰ ਵੱਧ ਟਾਈਮ ਲਊਗਾ ਐਜ਼ ਕੰਪੇਅਰ ਟੂ H, ਠੀਕ ਹੈ। ਤਾਂ ਹੁਣ ਇਹ ਜਿਹੜੀ ਸਟੱਡੀ ਹੈ ਇਹ ਬੇਸਿਕਲੀ ਥਿਊਰੀ ਹੈ, ਇਹਦਾ ਕੋਈ ਵੈਸੇ ਐਡੀ ਖਾਸ ਯੂਜ਼ ਹੈ ਨਹੀਂ ਤੁਹਾਡੀ ਸਟੱਡੀ ਦੇ ਵਿੱਚ। ਪਰ ਹੁੰਦਾ ਕੀ ਹੈ ਦੇਖੋ, ਹੁਣ ਜਦੋਂ ਆਪਾਂ ਮਕੈਨਿਜ਼ਮ 'ਤੇ ਆਉਂਦੇ ਹਾਂ, ਸਭ ਤੋਂ ਪਹਿਲਾਂ ਮਤਲਬ ਪਹਿਲੀ ਗੱਲ ਹੁਣ ਉਹਨਾਂ ਨੇ ਕੀ ਕਿਹਾ ਵੀ ਡਿਊਟੀਰੀਅਮ ਹੈ ਜਿਹੜਾ ਟੁੱਟਣ ਨੂੰ
ਵੱਧ ਟਾਈਮ ਲਊਗਾ ਹਾਈਡਰੋਜਨ ਨਾਲੋਂ। ਠੀਕ ਹੈ, ਹੁਣ ਇੱਥੇ ਦੇਖੋ ਹਾਈਡਰੋਜਨ ਜਾਂ ਡਿਊਟੀਰੀਅਮ ਹੋਵੇ ਟੁੱਟੂਗਾ ਤਾਂ ਦੂਸਰੇ ਸਟੈਪ ਦੇ ਵਿੱਚ। ਆਪਾਂ ਇੱਥੇ ਕੀ ਕਿਹਾ ਸੀ ਵੀ ਪਹਿਲਾ ਸਟੈਪ ਹੈ ਜਿਹੜਾ ਉਹ ਸਲੋ ਹੋਊਗਾ, ਉਹੀ ਰੇਟ ਡਿਟਰਮਾਈਨਿੰਗ ਹੋਊਗਾ। ਠੀਕ ਹੈ, ਕਿਉਂਕਿ ਹਾਈਡਰੋਜਨ ਜਾਂ ਡਿਊਟੀਰੀਅਮ ਦੂਸਰੇ ਸਟੈਪ ਦੇ ਵਿੱਚ ਟੁੱਟਦਾ, ਪਰ ਦੂਸਰਾ ਸਟੈਪ ਤਾਂ ਰੇਟ ਡਿਟਰਮਾਈਨ ਕਰਦਾ ਹੀ ਨਹੀਂ, ਉਹ ਤਾਂ ਫਾਸਟ ਸਟੈਪ ਹੈ। ਠੀਕ ਹੈ, ਇਸੇ ਲਈ ਰੇਟ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ, ਰੇਟ ਦੋਨਾਂ ਰਿਐਕਸ਼ਨਾਂ ਦਾ ਸੇਮ ਆ ਜਾਂਦਾ, ਕਿਉਂਕਿ ਰੇਟ ਤਾਂ ਸਿਰਫ ਆਰ ਰਿਐਕਸ਼ਨ 'ਤੇ ਡਿਪੈਂਡ ਕਰਦਾ, ਆਰ ਰਿਐਕਸ਼ਨ 'ਤੇ ਤਾਂ ਡਿਪੈਂਡ ਹੀ ਨਹੀਂ ਕਰਦਾ। ਡਿਊਟੀਰੀਅਮ ਅਤੇ ਹਾਈਡਰੋਜਨ ਜਿਹੜੇ ਨੇ ਉਹ ਇਹ 'ਤੇ ਟੁੱਟਦੇ ਨੇ ਆ ਕੇ। ਠੀਕ ਹੈ, ਤਾਂ ਹਾਈਡਰੋਜਨ ਹੋਵੇ ਚਾਹੇ ਡਿਊਟੀਰੀਅਮ ਹੋਵੇ, ਦੋਨਾਂ ਰਿਐਕਸ਼ਨਾਂ ਦਾ ਰੇਟ ਸੇਮ ਹੋਊਗਾ। ਕਿਉਂ? ਕਿਉਂਕਿ ਰੇਟ ਜਿਹੜਾ ਹੈ ਉਹ ਆਪਾਂ ਸਿਰਫ ਪਹਿਲੀ ਰਿਐਕਸ਼ਨ ਤੋਂ ਹੀ, ਪਹਿਲੇ ਸਟੈਪ ਤੋਂ ਹੀ ਕੈਲਕੂਲੇਟ ਕਰਦੇ ਹਾਂ। ਠੀਕ ਹੈ, ਪਹਿਲਾ ਸਟੈਪ ਜਿਹੜਾ ਹੈ ਉਹੀ ਰੇਟ ਡਿਟਰਮਾਈਨਿੰਗ ਸਟੈਪ ਹੈ। ਇਹੀ ਚੀਜ਼ ਜਿਹੜੀ ਹੈ ਆਪਾਂ ਆਪਣਾ ਪਹਿਲਾ ਕੁਐਸਚਨ ਇਹੀ ਸੀਗਾ ਵੀ ਪਹਿਲਾ ਸਟੈਪ ਹੀ ਕਿਉਂ ਰੇਟ ਡਿਟਰਮਾਈਨਿੰਗ ਸਟੈਪ ਹੈ, ਕਿਉਂਕਿ ਚਾਹੇ ਹਾਈਡਰੋਜਨ ਹੋਵੇ ਚਾਹੇ ਡਿਊਟੀਰੀਅਮ, ਉਹਦਾ ਕੋਈ ਫਰਕ ਨਹੀਂ ਪੈਂਦਾ ਰੇਟ ਦੇ ਉੱਪਰ। ਠੀਕ ਹੈ, ਇਸੇ ਲਈ ਪਹਿਲਾ ਸਟੈਪ ਰੇਟ ਡਿਟਰਮਾਈਨਿੰਗ ਸਟੈਪ ਹੋਊਗਾ। ਹੁਣ ਦੂਸਰੀ ਗੱਲ ਵੀ ਦੋ ਸਟੈਪਸ ਦੇ ਵਿੱਚ ਕਿਉਂ ਹੁੰਦੀ ਹੈ ਰਿਐਕਸ਼ਨ, ਇੱਕ ਸਟੈਪ ਦੇ ਵਿੱਚ ਕਿਉਂ ਨਹੀਂ ਹੁੰਦੀ? ਮਤਲਬ ਆਪਾਂ ਕਿਉਂ ਮੰਨੀਏ ਵੀ ਰਿਐਕਸ਼ਨ ਦੋ ਸਟੈਪਸ ਦੇ ਵਿੱਚ ਹੁੰਦੀ ਹੈ, ਸਿੰਗਲ ਸਟੈਪ ਰਿਐਕਸ਼ਨ ਨਹੀਂ ਹੈਗੀ? ਉਹ ਇਸ ਲਈ ਆਪਾਂ ਮੰਨਦੇ ਹਾਂ ਵੀ ਮੰਨ ਲਓ ਦੋ ਸਟੈਪ ਦੀ ਰਿਐਕਸ਼ਨ ਨਹੀਂ ਹੈਗੀ। ਠੀਕ ਹੈ, ਹੁਣ ਇੱਥੇ ਆਪਾਂ ਕੰਟਰੋਵਰਸੀ ਲਾਵਾਂਗੇ, ਮਤਲਬ ਗਲਤ ਪ੍ਰੂਵ ਕਰਾਂਗੇ ਉਹਨੂੰ। ਹੁਣ ਮੰਨ ਲਓ ਵੀ ਰਿਐਕਸ਼ਨ ਜਿਹੜੀ ਹੈ ਉਹ ਇੱਕ ਸਟੈਪ ਦੇ ਵਿੱਚ ਹੁੰਦੀ ਹੈ। ਜੇ ਰਿਐਕਸ਼ਨ ਇੱਕ ਸਟੈਪ ਦੇ ਵਿੱਚ ਹੁੰਦੀ ਹੈ ਤਾਂ ਸੇਮ ਰਿਐਕਸ਼ਨ ਦੇ ਵਿੱਚ ਹੀ ਈ ਪੋਜ਼ੀਟਿਵ ਐਡ ਹੋਊਗਾ, ਸੇਮ ਦੇ ਵਿੱਚ ਹੀ ਐਚ ਪੋਜ਼ੀਟਿਵ ਜਾਂ ਫਿਰ ਡੀ ਪੋਜ਼ੀਟਿਵ ਜਿਹੜਾ ਹੈ ਉਹ ਰਿਮੂਵ ਹੋਊਗਾ। ਹੁਣ ਉਹੀ ਚੀਜ਼ ਵਾਪਸ ਆ ਗਈ, ਜੇ ਡੀ ਪੋਜ਼ੀਟਿਵ ਰਿਮੂਵ ਹੋਊਗਾ ਫਿਰ ਉਹ ਵੱਧ ਟਾਈਮ ਲਊਗਾ। ਠੀਕ ਹੈ, ਤਾਂ ਫਿਰ ਉਹ ਜਿਹੜੀ ਦੂਸਰੀ ਰਿਐਕਸ਼ਨ ਹੈ ਉਹਦਾ ਰੇਟ ਹੈ ਜਿਹੜਾ ਉਹ ਸਲੋ ਹੋਊਗਾ ਐਜ਼ ਕੰਪੇਅਰ ਟੂ ਫਸਟ ਰਿਐਕਸ਼ਨ ਦੇ, ਪਰ ਰੇਟ ਦੋਨਾਂ ਦਾ ਬਰਾਬਰ ਹੈ। ਠੀਕ ਹੈ, ਤਾਂ ਫਿਰ ਆ ਦੂਸਰਾ ਕੁਐਸਚਨ ਜਿਹੜਾ ਹੈ ਫਿਰ ਇੱਥੇ ਗਲਤ ਹੋ ਗਿਆ। ਮਤਲਬ ਸਿਰਫ ਆਹ ਚੀਜ਼ ਨੇ ਆਈਸੋਟੋਪਿਕ ਟ੍ਰੇਸਰ ਸਟੱਡੀਜ਼ ਨੇ ਇਹ ਦੋਨੇ ਚੀਜ਼ਾਂ ਐਕਸਪਲੇਨ ਕਰਤੀਆਂ ਆਪਣੇ ਕੋਲੇ ਵੀ ਚਾਹੇ ਤਾਂ ਤੁਸੀਂ ਇੱਦਾਂ ਕਹਿ ਲਓ ਵੀ ਹਾਂ ਰਿਐਕਸ਼ਨ ਜਿਹੜੀ ਹੈ ਉਹ ਪਹਿਲੀ ਸਟੈਪ ਹੈ, ਜਿਹੜਾ ਪਹਿਲਾ ਸਟੈਪ ਹੈ ਜਿਹੜਾ ਰੇਟ ਡਿਟਰਮਾਈਨਿੰਗ ਕਿਉਂ ਹੈ। ਦੂਸਰੀ ਚੀਜ਼ ਉਹਨੇ ਕੀ ਦੱਸਤੀ ਵੀ ਹਾਂ ਜਿਹੜੀ ਰਿਐਕਸ਼ਨ ਹੈ ਉਹ ਟੂ ਸਟੈਪ ਰਿਐਕਸ਼ਨ ਹੈ, ਕਿਉਂਕਿ ਜੇ ਦੋ ਸਟੈਪਸ ਦੇ ਵਿੱਚ ਹੋਊਗੀ ਠੀਕ ਹੈ ਤਾਂ ਹੀ ਹੈ ਜਿਹੜਾ ਉਹਦਾ ਰੇਟ ਜਿਹੜਾ ਅਲੱਗ-ਅਲੱਗ ਤਾਂ ਹੀ ਉਹਦਾ ਰੇਟ ਸੇਮ ਤਾਂ ਹੀ ਆਊਗਾ। ਜੇ ਇੱਕ ਸਿੰਗਲ ਸਟੈਪ ਦੇ ਵਿੱਚ ਰਿਐਕਸ਼ਨ ਹੋਗੀ ਤਾਂ ਡਿਊਟੀਰੀਅਮ ਵੱਧ ਟਾਈਮ ਲਊਗਾ ਤਾਂ ਰੇਟ ਦਾ ਫਰਕ ਪੈ ਜਾਊਗਾ, ਪਰ ਐਕਸਪੈਰੀਮੈਂਟਲੀ ਜੋ ਦੇਖਿਆ ਤਾਂ ਰੇਟ ਸੇਮ ਆਇਆ, ਤਾਂ ਰਿਐਕਸ਼ਨ ਜਿਹੜੀ ਹੈ ਉਹ ਦੋ ਸਟੈਪਸ ਦੇ ਵਿੱਚ ਹੁੰਦੀ ਆ, ਸਿੰਗਲ ਸਟੈਪ ਦੇ ਵਿੱਚ ਨਹੀਂ ਹੁੰਦੀ। ਠੀਕ ਹੈ, ਇਹ ਥਿਓਰੈਟੀਕਲ ਪਾਰਟ ਹੈ ਸਾਰਾ। ਇਹ ਜਿਹੜੀ ਵੀਡੀਓ ਅੱਜ ਵਾਲੀ ਕਰਾਂਗੇ ਆਪਾਂ ਇਹਦੇ ਵਿੱਚ ਜ਼ਿਆਦਾਤਰ ਥਿਓਰੈਟੀਕਲ ਪਾਰਟ ਹੀ ਹੈ। ਠੀਕ ਹੈ, ਇਹਦੇ ਵਿੱਚ ਮੈਂ ਲਿਖਤਾ ਆ ਸਾਰਾ ਕੁਝ, ਉਹ ਤੁਸੀਂ ਪੜ੍ਹ ਲਿਓ। PDF ਜਿਹੜੀ ਹੈ ਵੀਡੀਓ ਦੇ ਨਾਲ ਲਿੰਕ ਪਾਇਆ ਹੋਇਆ, ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਬਾਕੀ ਮੈਂ ਭੇਜ ਵੀ ਦਊਂਗਾ। ਉਸ ਤੋਂ ਬਾਅਦ ਹੈ ਆਪਣੇ ਕੋਲੇ ਨੈਕਸਟ ਜੋ ਹੈ ਆਪਣੇ ਕੋਲੇ ਐਨਰਜੀ ਪ੍ਰੋਫਾਈਲ ਡਾਇਗਰਾਮ। ਠੀਕ ਹੈ, ਐਨਰਜੀ ਪ੍ਰੋਫਾਈਲ ਡਾਇਗਰਾਮ ਕੀ ਹੁੰਦੀ ਆ? ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਕੋਈ ਵੀ ਰਿਐਕਸ਼ਨ ਹੋ ਰਹੀ ਹੈ। ਠੀਕ ਹੈ, ਇਹ ਜਿਹੜੀ ਰਿਐਕਸ਼ਨ ਕੋਈ ਵੀ ਰਿਐਕਸ਼ਨ ਹੋ ਰਹੀ ਆ ਉਹਦੇ ਵਿੱਚ ਉਹ ਰਿਐਕਸ਼ਨ ਹੋਊਗੀ ਕਦੋਂ? ਜਦੋਂ ਪ੍ਰੋਡਕਟ ਨੇ ਜਿਹੜੇ ਉਹ ਰਿਐਕਟੈਂਟਸ ਨਾਲੋਂ ਵੱਧ ਸਟੇਬਲ ਨੇ। ਹਮੇਸ਼ਾ ਉਸੇ ਟਾਈਮ ਹੀ ਰਿਐਕਸ਼ਨ ਅਕਰ ਕਰੂਗੀ ਜੇ ਪ੍ਰੋਡਕਟ ਜਿਹੜੇ ਨੇ ਉਹ ਰਿਐਕਟੈਂਟਸ ਨਾਲੋਂ ਵੱਧ ਸਟੇਬਲ ਨੇ। ਜੇ ਰਿਐਕਟੈਂਟਸ ਵੱਧ ਸਟੇਬਲ ਨੇ ਤਾਂ ਰਿਵਰਸੀਬਲ ਰਿਐਕਸ਼ਨ ਹੋ ਜੂਗੀ, ਮਤਲਬ ਇਕੁਇਲਿਬਰੀਅਮ ਚੱਲੂਗਾ ਅਤੇ ਰਿਐਕਸ਼ਨ ਰਿਵਰਸੀਬਲ ਹੋ ਜੂਗੀ, ਰਿਐਕਟੈਂਟਸ ਹੀ ਦੁਬਾਰੇ ਫੇਰ ਬਣ ਜਾਣਗੇ। ਠੀਕ ਹੈ, ਕੋਈ ਵੀ ਰਿਐਕਸ਼ਨ ਉਦੋਂ ਹੋਊਗੀ ਜਦੋਂ ਪ੍ਰੋਡਕਟਸ ਦੀ ਸਟੇਬਿਲਿਟੀ ਰਿਐਕਟੈਂਟਸ ਦੀ ਸਟੇਬਿਲਿਟੀ ਨਾਲੋਂ ਵੱਧ ਹੁੰਦੀ ਹੈ। ਠੀਕ ਹੈ, ਤਾਂ ਹੁਣ ਇੱਥੇ ਇੱਕ ਗੱਲ ਹੋਰ ਆ ਜਾਂਦੀ ਹੈ ਵੀ ਜਦੋਂ ਸਟੇਬਿਲਿਟੀ ਆ ਗਈ, ਜਿੰਨਾ ਕੋਈ ਵੀ ਮੋਲੀਕਿਊਲ ਹੈ ਜਾਂ ਕੋਈ ਵੀ ਕੰਪਾਊਂਡ ਹੈ, ਠੀਕ ਹੈ, ਜੇ ਉਹ ਵੱਧ ਸਟੇਬਲ ਹੈ ਤਾਂ ਉਹਦੀ ਐਨਰਜੀ ਘੱਟ ਹੋਊਗੀ। ਜਿੰਨੀ ਵੱਧ ਸਟੇਬਿਲਿਟੀ ਹੋਊਗੀ ਐਨਰਜੀ ਉਨੀ ਘੱਟ ਹੋਊਗੀ। ਐਨਰਜੀ ਅਤੇ ਸਟੇਬਿਲਿਟੀ ਦੋਨੇ ਇਨਵਰਸਲੀ ਪ੍ਰੋਪੋਰਸ਼ਨਲ ਨੇ। ਠੀਕ ਹੈ, ਜਿੰਨੀ ਸਟੇਬਿਲਿਟੀ ਘੱਟ ਹੋਊਗੀ ਉਨੀ ਐਨਰਜੀ ਵੱਧ ਹੋਊਗੀ, ਜਿੰਨੀ ਸਟੇਬਿਲਿਟੀ ਵੱਧ ਹੋਊਗੀ ਉਨੀ ਐਨਰਜੀ ਘੱਟ ਹੋਊਗੀ। ਹੁਣ ਆਪਾਂ ਕਹਿੰਦੇ ਹਾਂ ਪ੍ਰੋਡਕਟਸ ਦੀ ਐਨਰਜੀ ਹੈ ਜਿਹੜੀ ਉਹ ਘੱਟ ਹੋਊਗੀ ਐਜ਼ ਕੰਪੇਅਰ ਪ੍ਰੋਡਕਟਸ ਨੇ ਜਿਹੜੇ ਉਹਨਾਂ ਦੀ ਸਟੇਬਿਲਿਟੀ ਵੱਧ ਹੋਊਗੀ ਐਜ਼ ਕੰਪੇਅਰ ਟੂ ਰਿਐਕਟੈਂਟਸ ਦੇ। ਜੇ ਸਟੇਬਿਲਿਟੀ ਵੱਧ ਹੋਊਗੀ ਤਾਂ ਐਨਰਜੀ ਉਲਟਾ ਹੋਊਗੀ, ਘੱਟ ਹੋਊਗੀ। ਹੁਣ ਇੱਥੇ ਦੇਖੋ ਜਿਹੜੀ ਡਾਇਗਰਾਮ ਹੈ ਸਿਰਫ ਗ੍ਰਾਫ ਨੂੰ ਸਮਝਣਾ, ਲਿਖਿਆ ਮੈਂ ਸਾਰਾ ਹੋਇਆ ਜਿਹੜਾ ਕੁਛ ਮੈਂ ਸਮਝਾਊਂਗਾ ਉਹੀ ਚੀਜ਼ਾਂ ਲਿਖੀਆਂ ਹੋਈਆਂ ਨੇ, ਉਹ ਤੁਸੀਂ PDF ਦੇ ਵਿੱਚੋਂ ਪੜ੍ਹ ਲਿਓ। ਠੀਕ ਹੈ, ਇਹਦੇ ਵਿੱਚ ਗ੍ਰਾਫ ਨੂੰ ਸਮਝੋ, ਸਿਰਫ ਗ੍ਰਾਫ ਤੁਹਾਡੇ ਕੰਮ ਦੀ ਚੀਜ਼ ਹੈ। ਜੇ ਬੇਸਿਕਲੀ ਨਾ ਸਟਾਰਟ ਕਰੀਏ, ਮਤਲਬ ਬੇਸਿਕਲੀ ਜੇ ਦੇਖੀਏ ਤਾਂ ਰਿਐਕਸ਼ਨਸ ਨੇ ਜਿਹੜੀਆਂ ਉਹਨਾਂ ਦੇ ਆਪਾਂ ਦੋ ਤਰ੍ਹਾਂ ਦੇ ਗ੍ਰਾਫ ਬਣਾ ਸਕਦੇ ਹਾਂ। ਜਿਹੜਾ ਪਹਿਲਾ ਗ੍ਰਾਫ ਹੈ ਉਹ ਆਪਾਂ ਇੱਦਾਂ ਬਣਾ ਸਕਦੇ ਹਾਂ। ਠੀਕ ਹੈ, तो बेसिकली आ दो तरह के ग्राफ होंगे। ठीक है, इधर हमेशा रिएक्टेंट होगा, इधर प्रोडक्ट होगा, आ रिएक्टेंट होगा, आ प्रोडक्ट होगा। ठीक है, पहले बेसिक चीज़ां समझ लो ये है कि ने रिएक्टेंट प्रोडक्ट आ हो गया अपना इंटरमीडिएट। ठीक है, आ भी इंटरमीडिएट। हुण रिएक्टेंट्स तो
लैके इंटरमीडिएट्स की जिन्नी इधरले पासे होगी अपने को एनर्जी, ठीक है, इस पासे होगी प्रोग्रेस ऑफ रिएक्शन। इधर भी एनर्जी, इधर प्रोग्रेस ऑफ रिएक्शन, ठीक है। हुण रिएक्टेंट्स तो लैके, क्योंकि इस साइड एनर्जी है, रिएक्टेंट्स तो लैके इंटरमीडिएट की एनर्जी तक, इंटरमीडिएट कह लो चाहे इनू कह लो एक्टिवेटेड सॉरी एक्साइटेड स्टेट, ठीक है, कुछ भी कह लो इनू, उही चीज़ होगी। हुण जिहड़ा आ एनर्जी गैप है इनू आपां कहने आ ई ए की है अपने कोले एनर्जी ऑफ एक्टिवेशन। एनर्जी ऑफ एक्टिवेशन की होंदी है अपने कोले भी रिएक्टेंट्स नूं कितनी एनर्जी चाहिदी है प्रोडक्ट्स दे विच कन्वर्ट होने दे विच, क्योंकि देखो रिएक्शन है जिहड़ी इस पाथ तो जाऊगी, उहदी एनर्जी इदां ही जाऊगी, तो रिएक्टेंट्स नूं पहलां एनर्जी वधाउणी पऊ, वधाउण दे लई उहनां नूं गेन करनी पऊगी, तो किते ना किते तो गेन करनगे ना वो, ठीक है। तो उहनां नूं चाहिदी कितनी एनर्जी आ, उस तो बाद तो डिक्रीज़ होनी है, ठीक है, डिक्रीज़ तो वो आपदे आप दे विचों कढ देणगे, आपे डिक्रीज़ होई जाऊगी, पर पहलां गेन करनी पऊ उहनां नूं। हुण गेन जिहड़ी करनी पऊगी वो किसी बाहरले सोर्स तो करनी पऊगी, तो आ जिहड़ी एनर्जी है इन्नी जिन्ना दोनों का डिफरेंस है उन्होंने आपां कहना एक्टिवेशन। एक्टिवेशन एनर्जी की होंदी है रिएक्शन नूं स्टार्ट होने वास्ते जिन्नी एनर्जी चाहिदी है, रिएक्टेंट्स नूं एक्साइटेड स्टेट च जाने वास्ते जिन्नी एनर्जी चाहिदी है उस एनर्जी नूं आपां कहने एनर्जी ऑफ एक्टिवेशन। इस रिएक्शन दे विच एनर्जी ऑफ एक्टिवेशन कितनी है, इन्नी, ठीक है, ई ए। हुण दोनों दे विच समझो की है, अपने पता दो तरह दी रिएक्शनस होंदियां ने, एक होंदियां ने एंडोथर्मिक, एक होंदियां ने एक्सोथर्मिक, ठीक है। एंडो तो एक्सो का मतलब समझ लो, एंडो मतलब इन, ठीक है, एक्सो मतलब आउट, एक्स ते एंड, ठीक है, एंडो मतलब इन, एक्सो मतलब आउट। एंडोथर्मिक रिएक्शनां किहड़ियां होणगियां जिन्हां दे विच एनर्जी जाऊगी, एनर्जी नूं एब्जॉर्ब करनगियां ਉਹ रिएक्शनां, ठीक है। तो एक्सोथर्मिक रिएक्शनां किहड़ियां होणगियां जिन्हां दे विचों एनर्जी बाहर निकलूगी, बाहर आऊगी, ਉਹ रिएक्शनां ਜਿਹੜੀਆਂ ਨੇ एनर्जी ਨੂੰ ਬਾਹਰ ਕੱਢਣਗੀਆਂ, ਉਹਨਾਂ ਦੇ ਵਿੱਚੋਂ एनर्जी रिलीज़ होगी, ठीक है। दो तरह ਦੀਆਂ रिएक्शनस ਹੋਣਗੀਆਂ। ਹੁਣ ਆਹੀ ਦੇਖੋ ਇਹਨਾਂ ਦੀ एनर्जी कंपेयर करो, रिएक्टेंट्स ਦੀ एनर्जी ਵੱਧ ਹੈ ਐਜ਼ ਕੰਪੇਅਰ टू प्रोडक्ट्स ਦੇ ਵਿੱਚ, ठीक है। तो प्रोडक्ट्स ਦੀ एनर्जी ਘੱਟ ਹੈ, ਤਾਂ ਇਹਦੇ ਵਿੱਚ ਆ ਜਿਹੜੀ ਇੰਨੀ एनर्जी है ਇਹ ਇੰਨੀ एनर्जी ਕਿੱਥੇ गई, बाहर निकली, ठीक है। प्रोडक्ट्स ने जिहड़ी है वो एनर्जी बाहर कड्ढी अपने आप दे विचों, रिएक्शन दे विचों एनर्जी बाहर आ गई है, ठीक है। हुण इत्थे देखो प्रोडक्ट्स की एनर्जी इन्नी है, रिएक्टेंट्स की एनर्जी इन्नी है, तो इन्नी एनर्जी प्रोडक्ट्स ने एब्जॉर्ब कर ली है, रिएक्टेंट्स की इन्नी सीगी, प्रोडक्ट्स की इन्नी होगी, तो इन्नी एनर्जी जिहड़ी है वो प्रोडक्ट्स ने एब्जॉर्ब कर ली है, ठीक है। हाँ जी, तो जी आ रिएक्शन है अपने को दिस वन, ये जी रिएक्शन हो गई ये देखो एनर्जी बाहर आ रही है, इन्नी एनर्जी बाहर आई है, बाहर आई है एनर्जी तो कि होगी ये एक्सोथर्मिक, तो दिस रिएक्शन इज एक्सोथर्मिक, ठीक है। पर इस एनर्जी दे विच एनर्जी अंदर, इस रिएक्शन दे विच एनर्जी अंदर गई है, इन्नी एनर्जी अंदर गई है, मतलब रिएक्टेंट्स दे नालों प्रोडक्ट्स की एनर्जी इन्नी वध है, तो इन्नी एनर्जी है जिहड़ी वो प्रोडक्ट्स ने एब्जॉर्ब कर ली, तो इन्नी एनर्जी अंदर गई है, अंदर गई है मतलब अंदर गई है, मतलब ये जिहड़ी रिएक्शन है की है एंडोथर्मिक, ठीक है। हुण कंपेयर करन दे वास्ते इत्थे देखिया करो भी आर दी एनर्जी जे तां वध है, ठीक है, प्रोडक्ट्स नालों, फिर तां रिएक्शन एक्सोथर्मिक है, जे आर दी एनर्जी घट है प्रोडक्ट्स दे नालों तां फिर एंडोथर्मिक है, ठीक है। तो आ बेसिक चीज़ां सी इहदे विच जिहड़ी ये है सी अपनी। हुण एनर्जी प्रोफाइल डायग्राम ते आ जाओ, इहदे विच की है, हुण इहनूं ध्यान नाल देखो, इहनूं ना ध्यान नाल देखो भी इहदे विच है की है। हाँ जी, ਇਹਦੇ ਵਿੱਚ ਕੀ ਹੈ ਬੇਸਿਕਲੀ ਸਟਾਰਟ ਦੇਖੋ, ਇੱਥੋਂ ਸਟਾਰਟ ਕਰਦੇ ਹਾਂ ਆਪਾਂ ਰਿਐਕਟੈਂਟਸ ਤੋਂ ਜਦੋਂ ਆਪਾਂ ਜਾਂਦੇ ਹਾਂ ਬੈਂਜ਼ੀਨ ਤੋਂ ਈ ਪੋਜ਼ੀਟਿਵ ਦੇ ਵਿੱਚ, ठीक है, बेंजीन तो ई पॉजिटिव दोनों रिएक्टेंट्स ने। हुण ये दोनों जो इंटरैक्ट करनगे, जो इंटरैक्ट करनगे तो ई है जिहड़ा आपां नूं पता भी हाँ ये डबल बॉन्ड है जिहड़ा ये ई नूं डोनेट कर दूगा बेंजीन। जे ई अपने नाल इलैक्ट्रॉन लै जांदा इस पोजीशन ते जांदा, ठीक है, तो आ पोजीशन ते की आ जाऊगा पॉजिटिव चार्ज, ठीक है। आ चीज़ आप पढ़ ली सी, वो पॉजिटिव चार्ज अगे जिहड़ा है इधर तिन्नां पोजीशनां दे उपर इत्थे इत्थे ते इत्थे वो रेजोनेंस नाल
ਡੀਲੋਕਲਾਈਜ਼ ਹੁੰਦਾ ਰਹਿੰਦਾ, ਠੀਕ ਆ। ਅਤੇ ਈ ਜਿਹੜਾ ਹੈ ਇਸ ਪੋਜੀਸ਼ਨ ਦੇ ਉੱਪਰ ਅਟੈਚ ਹੋ ਜਾਂਦਾ ਹਾਈਡਰੋਜਨ ਦੇ ਨਾਲ, ਤਾਂ ਆਪਣੇ ਕੋਲ ਬਣਦਾ ਕੀ ਆ, ਆਹ ਚੀਜ਼, ਠੀਕ ਹੈ। ਆਹ ਇੰਟਰਮੀਡੀਏਟ ਬਣਦਾ। ਹੁਣ ਇੰਟਰਮੀਡੀਏਟ ਬਣਨ ਤੋਂ ਪਹਿਲਾਂ ਇੱਕ ਇਹੋ ਜਿਹਾ ਸਟੈਪ ਹੋਊਗਾ ਜਿੱਥੇ ਈ ਦਾ ਬੌਂਡ ਹੈ ਜਿਹੜਾ ਉਹ ਬਣਿਆ ਨਹੀਂ ਹੋਊਗਾ, ਪਾਰਸ਼ਲੀ ਬਣਿਆ ਹੋਇਆ ਹੋਊਗਾ, ਮਤਲਬ ਥੋੜ੍ਹਾ ਜਿਹਾ ਬੌਂਡ ਬਣ ਚੁੱਕਿਆ ਹੋਊਗਾ, ਅੱਧਾ ਬੌਂਡ ਹਲੇ ਬਣਿਆ ਨਹੀਂ ਹੋਊਗਾ। ਤਾਂ ਉਹ ਜਿਹੜੀ ਸਟੇਟ ਹੈ ਜਿਸ ਟਾਈਮ 'ਤੇ ਅੱਧੀ ਬੌਂਡ ਫਾਰਮੇਸ਼ਨ ਹੋ ਗਈ ਹੋਊਗੀ, ਤਾਂ ਉਹ ਸਟੇਟ ਜਿਹੜੀ ਹੋਊਗੀ ਆਪਣੀ ਕੀ ਹੋਊਗੀ, ਟ੍ਰਾਂਜੀਸ਼ਨ ਸਟੇਟ 1, ਠੀਕ ਹੈ। ਹੁਣ ਜਦੋਂ ਪੂਰੇ ਦਾ ਪੂਰਾ ਬੌਂਡ ਬਣ ਜਾਂਦਾ ਤਾਂ ਪੋਜ਼ੀਟਿਵ ਚਾਰਜ ਜਿਹੜਾ ਹੈ ਉਹ ਰਿੰਗ ਦੇ ਉੱਪਰ ਚਲਾ ਜਾਂਦਾ। ਹੁਣ ਜਦੋਂ ਇਹਨਾਂ ਦੋਨਾਂ ਨੂੰ ਆਪਾਂ ਕੰਪੇਅਰ ਕਰਦੇ ਹਾਂ, ਜਦੋਂ ਕੰਪੇਅਰ ਕਰਦੇ ਹਾਂ ਇਹਦੇ ਵਿੱਚ ਦੇਖੋ ਆਹ ਕਾਰਬਨ ਦੇ ਕਿੰਨੇ ਬੌਂਡ ਨੇ, 3 ਬੌਂਡ ਪੂਰੇ ਨੇ, 1 ਬੌਂਡ ਅੱਧਾ ਹੈ। ਇੱਥੇ ਕਾਰਬਨ ਦੇ 4 ਬੌਂਡ ਪੂਰੇ ਨੇ, ਤਾਂ ਆਹ ਵੱਧ ਸਟੇਬਲ ਹੈ ਇਹਦੇ ਨਾਲੋਂ, ਠੀਕ ਹੈ। ਜੇ ਵੱਧ ਸਟੇਬਲ ਹੈ ਤਾਂ ਇਹਦੀ ਐਨਰਜੀ ਥੋੜ੍ਹੀ ਜਿਹੀ ਘੱਟ ਗਈ ਇਹਦੇ ਨਾਲੋਂ, ਠੀਕ ਹੈ। ਤਾਂ ਕਰਕੇ ਐਨਰਜੀ ਦੇ ਵਿੱਚ ਥੋੜ੍ਹੀ ਜਿਹੀ ਚੇਂਜ ਆ ਗਈ। ਤਾਂ ਹੁਣ ਜਿਹੜੀ ਇਹ ਰਿਐਕਸ਼ਨ ਜਿਹੜੀ ਹੈ ਇੱਥੇ ਤੱਕ ਹੋਈ ਹੈ, ਇੱਥੋਂ ਆਹ ਚੀਜ਼ ਬਣੀ ਹੈ, ਠੀਕ ਹੈ, ਸਿਗਮਾ ਕੰਪਲੈਕਸ ਬਣਿਆ ਇੱਥੋਂ ਆਹ, ਤਾਂ ਇੰਨੀ ਰਿਐਕਸ਼ਨ ਹੈ ਇਹ। ਹੁਣ ਇਹਦੇ ਵਿੱਚ ਦੇਖੋ ਰਿਐਕਟੈਂਟਸ ਦੀ ਐਨਰਜੀ ਘੱਟ ਹੈ, ਪ੍ਰੋਡਕਟਸ ਦੀ ਐਨਰਜੀ ਵੱਧ ਹੈ, ਠੀਕ ਹੈ। ਆਹ ਪ੍ਰੋਡਕਟ ਹੋ ਗਿਆ ਇੱਥੇ ਪਹਿਲੀ ਰਿਐਕਸ਼ਨ ਦਾ, ਆਹ ਰਿਐਕਟੈਂਟ ਹੈ। ਤਾਂ ਇਹ ਰਿਐਕਸ਼ਨ ਦੇ ਵਿੱਚ ਐਨਰਜੀ ਜਿਹੜੀ ਹੈ ਪ੍ਰੋਡਕਟਸ ਨੇ ਐਬਜ਼ੋਰਬ ਕਰ ਲਈ। ਹੁਣ ਜਦੋਂ ਪ੍ਰੋਡਕਟਸ ਨੇ ਐਨਰਜੀ ਐਬਜ਼ੋਰਬ ਕਰ ਲਈ ਤਾਂ ਇਹ ਰਿਐਕਸ਼ਨ ਜਿਹੜੀ ਹੋਊਗੀ ਉਹ ਕੀ ਹੋਊਗੀ, ਐਂਡੋਥਰਮਿਕ, ਠੀਕ ਹੈ। ਦਿਸ ਰਿਐਕਸ਼ਨ ਇਜ਼ ਹਾਈਲੀ ਐਂਡੋਥਰਮਿਕ ਰਿਐਕਸ਼ਨ ਹੋਊਗੀ, ਠੀਕ ਹੈ। ਉਸ ਤੋਂ ਬਾਅਦ ਅਗਲੀ ਰਿਐਕਸ਼ਨ 'ਤੇ ਆ ਜਾਓ। ਹੁਣ ਆਹ ਚੀਜ਼ ਆਪਣੇ ਕੋਲ ਬਣ ਗਈ, ਇੰਟਰਮੀਡੀਏਟ ਬਣ ਗਿਆ, ਠੀਕ ਹੈ। ਹੁਣ ਇੰਟਰਮੀਡੀਏਟ ਦੇ ਵਿੱਚੋਂ ਕੀ ਹੋਊਗਾ, ਹਾਈਡਰੋਜਨ ਵਾਲਾ ਬੌਂਡ ਟੁੱਟਣ ਲੱਗੂਗਾ। ਜਦੋਂ ਹਾਈਡਰੋਜਨ ਵਾਲਾ ਬੌਂਡ ਟੁੱਟਣ ਲੱਗੂਗਾ, ਠੀਕ ਹੈ, ਉਸ ਟਾਈਮ 'ਤੇ ਹੁਣ ਇਹ ਜੇ ਆਹ ਰਿਐਕਸ਼ਨ ਦੇਖਦੇ ਹਾਂ ਆਪਾਂ, ਆਪਣੇ ਕੋਲ ਆਹ ਰਿਐਕਟੈਂਟ ਹੈ, ਆਹ ਪ੍ਰੋਡਕਟ ਬਣ ਜਾਂਦਾ ਆਪਣੇ ਕੋਲ, ਠੀਕ ਹੈ। ਹੁਣ ਬੌਂਡ ਜਦੋਂ ਟੁੱਟਣ ਲੱਗੂਗਾ ਤਾਂ ਇੱਕ ਸਟੇਟ ਇਹੋ ਜਿਹੀ ਆਊਗੀ ਜਦੋਂ ਬੌਂਡ ਪੂਰਾ ਨਹੀਂ ਟੁੱਟਿਆ ਹੋਇਆ ਹੋਊਗਾ, ਹਾਫ ਟੁੱਟਿਆ ਹੋਇਆ ਹੋਊਗਾ, ਠੀਕ ਹੈ। ਤਾਂ ਉਹ ਜਿਹੜੀ ਬਣ ਜੂਗੀ, ਉਹ ਬਣ ਜੂ ਆਪਣੇ ਕੋਲ ਟ੍ਰਾਂਜੀਸ਼ਨ ਸਟੇਟ 2, TS2 ਦਾ ਮਤਲਬ ਟ੍ਰਾਂਜੀਸ਼ਨ ਸਟੇਟ 2, ਠੀਕ ਹੈ। ਆਪਾਂ ਡਾਟਡ ਲਾਈਨ ਲਾਈ ਹੈ, ਮੈਂ ਧਿਆਨ ਦਿਓ, ਆਹ ਸੋਲਿਡ ਲਾਈਨ ਹੈ, ਠੀਕ ਹੈ। ਡਾਟਡ ਲਾਈਨ ਮਤਲਬ ਹਾਈਡਰੋਜਨ ਦਾ ਬੌਂਡ ਅੱਧਾ ਟੁੱਟਿਆ, ਈ ਦਾ ਬੌਂਡ ਪੂਰਾ ਬਣ ਚੁੱਕਿਆ, ਠੀਕ ਹੈ। ਰਿੰਗ ਦੇ ਉੱਪਰ ਪੋਜ਼ੀਟਿਵ ਚਾਰਜ ਹੀ ਘੁੰਮ ਰਿਹਾ। ਤਾਂ ਆਹ ਰਿਐਕਟੈਂਟਸ ਨੇ, ਆਹ ਪ੍ਰੋਡਕਟਸ ਨੇ, ਠੀਕ ਹੈ। ਆਪਾਂ ਕੀ ਕਿਹਾ ਸੀਗਾ ਵੀ ਰਿਐਕਟੈਂਟਸ ਦੀ ਐਨਰਜੀ ਜਿਹੜੀ ਹੈ ਉਹ ਵੱਧ ਹੋਣੀ ਚਾਹੀਦੀ ਹੈ ਪ੍ਰੋਡਕਟਸ ਦੀ ਐਨਰਜੀ ਨਾਲੋਂ, ਠੀਕ ਹੈ, ਤਾਂ ਕਿ ਰਿਐਕਸ਼ਨ ਜਿਹੜੀ ਹੈ ਉਹ ਫਿਜ਼ੀਬਲ ਹੋ ਸਕੇ। ਕੋਈ ਵੀ ਰਿਐਕਸ਼ਨ ਉਦੋਂ ਫਿਜ਼ੀਬਲ ਹੋਊਗੀ ਜਦੋਂ ਰਿਐਕਟੈਂਟਸ ਦੀ ਐਨਰਜੀ ਵੱਧ ਹੋਊਗੀ ਪ੍ਰੋਡਕਟਸ ਦੀ ਐਨਰਜੀ ਦੇ ਨਾਲੋਂ, ਮਤਲਬ ਪ੍ਰੋਡਕਟਸ ਦੀ ਐਨਰਜੀ ਘੱਟ ਹੋਊਗੀ। ਜੇ ਘੱਟ ਹੋਊਗੀ ਐਨਰਜੀ ਤਾਂ ਪ੍ਰੋਡਕਟਸ ਵੱਧ ਸਟੇਬਲ ਹੋਣਗੇ, ਠੀਕ ਹੈ, ਸਟੇਬਿਲਿਟੀ ਉਨੀ ਹੀ ਵਧੂਗੀ। ਤਾਂ ਆਹ ਜਿਹੜਾ ਹੈਗਾ ਇਹਦਾ ਟ੍ਰਾਂਜੀਸ਼ਨ ਸਟੇਟ 2 ਆ ਗਈ, ਠੀਕ ਹੈ। ਆਹ ਕੀ ਹੋ ਗਈ, ਹੁਣ ਅੱਗੇ ਆਹ ਰਿਐਕਟੈਂਟ ਸੀਗੇ ਪਹਿਲੀ ਰਿਐਕਸ਼ਨ ਦੇ ਵਿੱਚ, ਆਹ ਸੀਗੀ ਇਹਦੀ ਟ੍ਰਾਂਜੀਸ਼ਨ ਸਟੇਟ। ਤਾਂ ਇਹਨਾਂ ਦੋਨਾਂ ਦਾ ਡਿਫਰੈਂਸ ਕੀ ਬਣ ਗਿਆ ਆਪਣੇ ਕੋਲ, EA1 ਮਤਲਬ ਪਹਿਲਾ ਸਟੈਪ, ਠੀਕ ਹੈ, ਐਨਰਜੀ ਆਫ ਐਕਟੀਵੇਸ਼ਨ ਆਫ ਫਸਟ ਸਟੈਪ। ਹੁਣ ਜਦੋਂ ਦੂਸਰੇ 'ਤੇ ਆਓ, ਦੂਸਰੇ ਦੇ ਵਿੱਚ ਆਹ ਰਿਐਕਟੈਂਟਸ ਹੋ ਗਏ, ਇਹਦੀ ਆਹ ਹੋ ਗਈ ਟ੍ਰਾਂਜੀਸ਼ਨ ਸਟੇਟ। ਤਾਂ ਇਹਨਾਂ ਦਾ ਡਿਫਰੈਂਸ ਕੀ ਹੋ ਗਿਆ, EA2 ਮਤਲਬ ਐਨਰਜੀ ਆਫ ਐਕਟੀਵੇਸ਼ਨ ਆਫ ਸੈਕਿੰਡ ਸਟੈਪ। ਤਾਂ 2 EA ਹੋ ਗਈਆਂ ਇੱਥੇ, EA1 ਅਤੇ EA2, ਠੀਕ ਹੈ। ਪਹਿਲੀ ਜਿਹੜੀ ਹੈ ਐਕਟੀਵੇਸ਼ਨ ਆਫ ਐਨਰਜੀ ਪਹਿਲੇ ਸਟੈਪ ਦੀ ਬਹੁਤ ਜ਼ਿਆਦਾ ਹੋਊਗੀ, ਠੀਕ ਹੈ। ਦੂਸਰੇ ਸਟੈਪ ਦੀ ਐਕਟੀਵੇਸ਼ਨ ਐਨਰਜੀ ਬਹੁਤ ਘੱਟ ਹੋਊਗੀ ਐਜ਼ ਕੰਪੇਅਰ ਟੂ ਦਿਸ ਵਨ, ਠੀਕ ਹੈ। ਉਸ ਤੋਂ ਬਾਅਦ ਜਦੋਂ ਪ੍ਰੋਡਕਟਸ ਬਣ ਜਾਂਦੇ ਨੇ, ਮਤਲਬ ਐਨਰਜੀ ਜਿਹੜੀ ਹੈ ਡਿਕਰੀਜ਼ ਹੋ ਜਾਂਦੀ ਹੈ, ਅਤੇ ਆਹ ਆਪਣੇ ਕੋਲ ਬਣ ਜਾਂਦਾ ਹੈ, ਠੀਕ ਹੈ। ਆਹ ਪ੍ਰੋਡਕਟਸ ਬਣ ਜਾਂਦਾ। ਹੁਣ ਦੂਸਰੀ ਚੀਜ਼, ਇਹ ਪਹਿਲਾਂ ਤਾਂ ਸੀ ਇਹਨੂੰ ਬੇਸਿਕਲੀ ਇਹਨੂੰ ਐਕਸਪਲੇਨ ਕਰਨਾ। ਹੁਣ ਦੂਸਰੀ ਚੀਜ਼, ਇੱਥੇ ਐਨਰਜੀ ਵਧੀ ਕਿਉਂ, ਇਹਦਾ ਕਾਰਨ ਹੋਊਗਾ ਕੋਈ ਨਾ ਕੋਈ ਤਾਂ ਕਾਰਨ ਹੋਊਗਾ ਨਾ ਜੇ ਐਨਰਜੀ ਕਿਉਂ ਵਧੀ। ਹੁਣ ਇੱਥੇ ਐਨਰਜੀ ਇਸ ਲਈ ਵਧੀ ਕਿਉਂਕਿ ਬੈਂਜ਼ੀਨ ਸੀਗਾ ਜਿਹੜਾ ਉਹ ਰੈਜ਼ੋਨੈਂਸ ਕਰਕੇ ਸਟੇਬਲਾਈਜ਼ ਹੋਇਆ ਸੀਗਾ। ਰੈਜ਼ੋਨੈਂਸ ਐਨਰਜੀ ਆਪਾਂ ਪੜ੍ਹੀ ਹੋਈ ਹੈ, ਸੈਕਿੰਡ ਵੀਡੀਓ ਜਿਹੜੀ ਅਰੀਨਸ ਦੀ ਆ ਉਹਦੇ ਵਿੱਚ ਸਭ ਕੁਛ ਪੜ੍ਹਿਆ ਹੋਇਆ। ਬੈਂਜ਼ੀਨ ਦੇ ਵਿੱਚ ਰੈਜ਼ੋਨੈਂਸ ਐਨਰਜੀ ਹੁੰਦੀ ਆ, ਉਹਦੇ ਕਰਕੇ ਉਹ ਐਨਰਜੀ ਕਰਕੇ ਉਹ ਬਹੁਤ ਜ਼ਿਆਦਾ ਸਟੇਬਲ ਹੁੰਦਾ। ਹੁਣ ਜਦੋਂ E ਪੋਜ਼ੀਟਿਵ ਐਡ ਹੋਊਗਾ ਤਾਂ ਇੱਥੇ 4 ਇਲੈਕਟ੍ਰੋਨ ਰਹਿ ਗਏ, 6 ਇਲੈਕਟ੍ਰੋਨ ਹੁੰਦੇ ਆ ਆਪਣੇ ਕੋਲ 4n+2, ਠੀਕ ਹੈ। ਤਾਂ ਇੱਥੇ ਆਪਣੇ ਕੋਲ 4 ਇਲੈਕਟ੍ਰੋਨਸ ਰਹਿ ਗਏ, ਇਹ ਬਣ ਗਿਆ ਐਂਟੀ ਐਰੋਮੈਟਿਕ, ਠੀਕ ਹੈ। ਆਹ ਚੀਜ਼ ਬਣ ਗਈ ਐਂਟੀ ਐਰੋਮੈਟਿਕ। ਜਦੋਂ ਐਂਟੀ ਐਰੋਮੈਟਿਕ ਬਣ ਗਈ ਤਾਂ ਉਹਨੂੰ ਐਨਰਜੀ ਹੈ ਜਿਹੜੀ ਰੈਜ਼ੋਨੈਂਸ ਐਨਰਜੀ ਉਹਨੂੰ ਛੱਡਣੀ ਪਊ, ਕਿਉਂਕਿ ਰੈਜ਼ੋਨੈਂਸ ਤਾਂ ਹੁੰਦੀ ਨਹੀਂ ਹੁਣ ਉਹਦੇ ਵਿੱਚ, ਤਾਂ ਐਨਰਜੀ ਉਹਨੂੰ ਲੂਜ਼ ਕਰਨੀ ਪਊ। ਐਨਰਜੀ ਉਹਨੇ ਲੂਜ਼ ਕਰਤੀ ਤਾਂ ਇਹਦੀ ਐਨਰਜੀ ਆਪਦੀ ਕੀ ਹੈ, ਵੱਧ ਗਈ, ਠੀਕ ਹੈ। ਇਹਨੇ ਐਨਰਜੀ ਦੇਤੀ ਕਿਸੇ ਹੋਰ ਚੀਜ਼ ਨੂੰ, ਤਾਂ ਇਹਦੀ ਐਨਰਜੀ ਜਿਹੜੀ ਹੈ ਇਸ ਚੀਜ਼ ਦੀ ਐਨਰਜੀ ਸਟੇਬਿਲਿਟੀ ਘੱਟ ਗਈ ਇਹਦੀ, ਜੇ ਸਟੇਬਿਲਿਟੀ ਘਟੀ ਤਾਂ ਇਹਦੀ ਐਨਰਜੀ ਵੱਧ ਗਈ, ਠੀਕ ਹੈ। ਆਹ ਵੱਧ ਸਟੇਬਲ ਸੀਗਾ, ਆਹ ਸਟੇਬਲ ਘਟ ਗਿਆ, ਤਾਂ ਸਟੇਬਿਲਿਟੀ ਘਟੀ ਤਾਂ ਐਨਰਜੀ ਵੱਧ ਗਈ, ਠੀਕ ਹੈ। ਇਹਨੂੰ ਰੈਜ਼ੋਨੈਂਸ ਐਨਰਜੀ ਲੂਜ਼ ਕਰਨੀ ਪਈ। ਹੁਣ ਇਸ ਤੋਂ ਬਾਅਦ ਕੀ ਹੋਇਆ ਇਹ ਜਦ ਵੀ ਇਹਦੀ ਐਨਰਜੀ ਘਟ ਗਈ। ਹੁਣ ਜਿਹੜਾ ਆਹ ਪੁਆਇੰਟ ਹੈ ਇੱਥੇ ਕੰਪਲੀਟਲੀ ਬੌਂਡ ਬਣਿਆ ਨਹੀਂ ਹੈ, ਇਲੈਕਟ੍ਰੋਨਸ ਕੰਪਲੀਟਲੀ ਪੂਰੀ ਚੰਗੀ ਤਰ੍ਹਾਂ ਸ਼ਿਫਟ ਨਹੀਂ ਹੋਏ E ਕੋਲੇ, ਠੀਕ ਹੈ। ਜਦੋਂ ਇਲੈਕਟ੍ਰੋਨ ਸ਼ਿਫਟ ਨਹੀਂ ਹੋਏ ਮਤਲਬ ਕਿਤੇ ਨਾ ਕਿਤੇ 6 ਦੇ 6 ਇਲੈਕਟ੍ਰੋਨ ਬੈਂਜ਼ੀਨ ਰਿੰਗ ਦੇ ਉੱਪਰ ਨੇ, ਠੀਕ ਹੈ। ਪਰ
ਸਾਰੇ ਦੇ ਸਾਰੇ ਇਲੈਕਟ੍ਰੋਨ ਬੈਂਜ਼ੀਨ ਰਿੰਗ ਦੇ ਉੱਪਰ ਨਹੀਂ ਹੈਗੇ, ਮਤਲਬ ਬੈਂਜ਼ੀਨ ਕੋਲੇ 4 ਇਲੈਕਟ੍ਰੋਨ ਵੀ ਨਹੀਂ ਹੈਗੇ, 6 ਵੀ ਨਹੀਂ ਹੈਗੇ, ਵਿੱਚ ਵਿਚਾਲੇ ਨੇ, ਠੀਕ ਹੈ ਨਾ, ਉਹਦੇ ਕੋਲ 4 ਨੇ ਨਾ 6 ਨੇ, ਤਾਂ ਕਰਕੇ ਵਿੱਚ ਵਿਚਾਲੇ ਇਲੈਕਟ੍ਰੋਨਸ ਹੋਣ ਕਰਕੇ ਇਹਦੀ ਐਨਰਜੀ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ। ਪਰ ਜਦੋਂ ਪੂਰੇ ਦਾ ਪੂਰਾ ਬੌਂਡ ਬਣ ਜਾਂਦਾ ਉਸ ਟਾਈਮ 'ਤੇ ਪੋਜ਼ੀਟਿਵ ਚਾਰਜ ਇੱਥੇ ਆ ਜਾਂਦਾ ਅਤੇ ਇੱਥੇ ਉਹ ਸ਼ਿਫਟ ਹੁੰਦਾ ਰਹਿੰਦਾ ਪੋਜ਼ੀਟਿਵ ਚਾਰਜ, ਜਿਹਦੇ ਕਰਕੇ 3 ਰੈਜ਼ੋਨੇਟਿੰਗ ਸਟਰਕਚਰ ਬਣਦੇ ਆ। ਜੋ 3 ਸਟਰਕਚਰ ਹੋ ਗਏ ਤਾਂ ਉਹਦੀ ਥੋੜ੍ਹੀ ਜਿਹੀ ਸਟੇਬਿਲਿਟੀ ਆ ਜਾਂਦੀ ਆ, ਕਿਉਂਕਿ ਪੋਜ਼ੀਟਿਵ ਚਾਰਜ ਜਿਹੜਾ ਇੱਥੇ ਆਇਆ ਸੀ ਉਹ ਇੱਥੇ ਸ਼ਿਫਟ ਹੋ ਗਿਆ, ਇੱਥੇ ਸ਼ਿਫਟ ਹੋ ਗਿਆ, ਤਾਂ ਉਹਦੇ ਵਿੱਚ ਸਟੇਬਿਲਿਟੀ ਆ ਗਈ। ਜਦੋਂ ਪੋਜ਼ੀਟਿਵ ਚਾਰਜ ਘੁੰਮਣ ਲੱਗ ਗਿਆ ਰਿੰਗ ਦੇ ਉੱਪਰ, ਇੱਕ ਥਾਂ 'ਤੇ ਤਾਂ ਨਹੀਂ ਟਿਕਦਾ ਪੋਜ਼ੀਟਿਵ ਚਾਰਜ, 3 ਥਾਵਾਂ 'ਤੇ ਜਾਂਦਾ, ਤਾਂ ਕਰਕੇ ਥੋੜ੍ਹੀ ਜਿਹੀ ਸਟੇਬਿਲਿਟੀ ਆ ਜਾਂਦੀ ਆ, ਉਸ ਕਰਕੇ ਐਨਰਜੀ ਇਹਦੀ ਘੱਟ ਜਾਂਦੀ ਆ। ਉਸ ਤੋਂ ਬਾਅਦ ਫਿਰ ਉਲਟਾ ਚੱਲਣ ਲੱਗ ਜਾਂਦਾ। ਜਦੋਂ ਬੌਂਡ ਟੁੱਟਦਾ ਤਾਂ ਨਾ ਉਹਦੇ ਕੋਲ 6 ਇਲੈਕਟ੍ਰੋਨ ਹੁੰਦੇ ਆ ਨਾ 4 ਇਲੈਕਟ੍ਰੋਨ ਹੁੰਦੇ ਆ, ਠੀਕ ਹੈ, ਤਾਂ ਉਹਦੀ ਐਨਰਜੀ ਥੋੜ੍ਹੀ ਜਿਹੀ ਵੱਧ ਜਾਂਦੀ ਹੈ। ਜਦੋਂ ਆਹ ਬੌਂਡ ਟੁੱਟ ਜਾਂਦਾ, ਕੰਪਲੀਟਲੀ ਟੁੱਟ ਜਾਂਦਾ, ਤਾਂ ਬੈਂਜ਼ੀਨ ਰਿੰਗ ਕੋਲੇ ਕਿੰਨੇ 6 ਇਲੈਕਟ੍ਰੋਨ ਫਿਰ ਵਾਪਸ ਆ ਜਾਂਦੇ। ਜਦੋਂ 6 ਇਲੈਕਟ੍ਰੋਨ ਵਾਪਸ ਆ ਜਾਂਦੇ ਆ ਤਾਂ ਉਹ ਰੈਜ਼ੋਨੈਂਸ ਐਨਰਜੀ ਜਿਹੜੀ ਹੈ ਉਹ ਫਿਰ ਗੇਨ ਕਰ ਲੈਂਦਾ। ਜਦੋਂ ਐਨਰਜੀ ਉਹਨੇ ਗੇਨ ਕਰ ਲਈ, ਠੀਕ ਹੈ, ਰੈਜ਼ੋਨੈਂਸ ਐਨਰਜੀ ਉਹਨੇ ਦੁਬਾਰੇ ਗੇਨ ਕਰ ਲਈ, ਤਾਂ ਹੁਣ ਉਹਦੀ ਐਨਰਜੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਘੱਟ ਗਈ, ਠੀਕ ਹੈ, ਮਤਲਬ ਕਿਉਂਕਿ ਰੈਜ਼ੋਨੈਂਸ ਐਨਰਜੀ ਜਿਹੜੀ ਹੈ ਉਹ ਨੈਗੇਟਿਵ ਹੁੰਦੀ ਹੈ। ਜਦੋਂ ਉਹਨੂੰ ਗੇਨ ਕਰ ਲੂਗਾ ਤਾਂ ਉਹਦੀ ਐਨਰਜੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਜਦੋਂ ਐਨਰਜੀ ਬਹੁਤ ਜ਼ਿਆਦਾ ਘੱਟ ਗਈ ਤਾਂ ਉਹਦੀ ਐਨਰਜੀ ਇੰਨੀ ਕਿ ਘੱਟ ਗਈ ਵੀ ਰਿਐਕਟੈਂਟਸ ਦੇ ਨਾਲੋਂ ਵੀ ਉਹਦੀ ਐਨਰਜੀ ਲੋ ਹੋ ਜਾਂਦੀ ਹੈ, ਤਾਂ ਉਹ ਜਿਹੜੇ ਹੈ ਆਪਣੇ ਕੋਲੇ ਪ੍ਰੋਡਕਟਸ ਬਣ ਜਾਂਦੇ ਨੇ H ਪੋਜ਼ੀਟਿਵ ਅਤੇ ਬੈਂਜ਼ੀਨ ਦੇ ਉੱਪਰ E, ਠੀਕ ਹੈ, ਮਤਲਬ ਇਲੈਕਟ੍ਰੋਫਿਲਿਕ ਸਬਸਟੀਟਿਊਟਡ ਬੈਂਜ਼ੀਨ ਅਤੇ H ਪੋਜ਼ੀਟਿਵ। ਇਹ ਜਿਹੜੀਆਂ ਹੈ ਇਹ ਬੇਸਿਕਲੀ ਜੋ ਇਹ ਐਨਰਜੀ ਪ੍ਰੋਫਾਈਲ ਡਾਇਗਰਾਮ ਆਪਾਂ ਨੂੰ ਦੱਸਦੀ ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਇਹਦੀ ਜਿਹੜੀ ਹੈ ਕਨਕਲੂਜ਼ਨਸ ਨੇ, 2 ਹੀ ਇਹਦੀਆਂ ਕਨਕਲੂਜ਼ਨਾਂ ਨੇ ਆਪਣੇ ਕੋਲੇ। ਉਹ ਕਨਕਲੂਜ਼ਨਾਂ ਕੀ ਨੇ ਆਪਣੇ ਕੋਲੇ? ਪਹਿਲੀ ਜਿਹੜੀ ਕਨਕਲੂਜ਼ਨ ਹੈ ਉਹ ਇਹ ਵੀ ਬੈਂਜ਼ੀਨ ਦੀ ਰਿਐਕਸ਼ਨ ਅਤੇ E ਪੋਜ਼ੀਟਿਵ ਦੀ ਰਿਐਕਸ਼ਨ, ਜਿਹੜੀ ਪਹਿਲੀ ਰਿਐਕਸ਼ਨ ਹੈ ਉਹਦੇ ਵਿੱਚ ਹਾਈ ਐਕਟੀਵੇਸ਼ਨ ਐਨਰਜੀ ਹੁੰਦੀ ਹੈ, ਠੀਕ ਹੈ, ਹਾਈਲੀ ਐਂਡੋਥਰਮਿਕ ਹੁੰਦੀ ਹੈ ਅਤੇ ਸਲੋ ਰੇਟ ਹੁੰਦਾ ਉਹਦਾ। ਜਿਹੜੀ ਪਹਿਲੀ ਰਿਐਕਸ਼ਨ ਹੈ ਆਪਣੇ ਕੋਲੇ ਆਹ ਪਹਿਲੀ ਹਾਫ ਉਰੇ ਤੱਕ ਬੈਂਜ਼ੀਨ ਪਲੱਸ E ਪੋਜ਼ੀਟਿਵ ਤੋਂ ਇੰਟਰਮੀਡੀਏਟ ਬਣਦਾ, ਜਦੋਂ ਇਹਦੀ EA ਦੇਖੋ ਬਹੁਤ ਜ਼ਿਆਦਾ ਵੱਧ ਹੈ। ਉਸ ਤੋਂ ਬਾਅਦ ਐਂਡੋਥਰਮਿਕ ਹੈ ਇਹ, ਠੀਕ ਹੈ, ਐਨਰਜੀ ਵਿੱਚ ਗਈ ਹੈ, ਉਹਦੇ ਐਨਰਜੀ ਗੈਪ ਬਹੁਤ ਜ਼ਿਆਦਾ ਹੈ ਇੱਥੇ, ਤਾਂ ਐਨਰਜੀ ਵਿੱਚ ਗਈ ਹੈ ਰਿਐਕਸ਼ਨ ਦੇ, ਐਂਡੋਥਰਮਿਕ ਹੈ, ਹਾਈਲੀ ਐਂਡੋਥਰਮਿਕ ਹੈ। ਉਸ ਤੋਂ ਬਾਅਦ ਕੀ ਹੈ, ਇਹਦਾ ਰੇਟ ਜਿਹੜਾ ਹੈ ਬਹੁਤ ਜ਼ਿਆਦਾ ਸਲੋ ਹੋਊਗਾ। ਸਲੋ ਕਿਉਂ ਹੋਊਗਾ? ਕਿਉਂਕਿ ਐਰੋਮੈਟਿਕ ਤੋਂ ਨੋਨ ਐਰੋਮੈਟਿਕ ਕਰੈਕਟਰ ਦੇ ਵਿੱਚ ਜਾ ਰਿਹਾ, ਤਾਂ ਉਹਨੂੰ ਅਪੋਜ਼ ਕਰੂਗਾ, ਜਿੰਨਾ ਵੱਧ ਅਪੋਜ਼ ਕਰੂਗਾ ਉਹਨਾਂ ਰੇਟ ਉਹਦਾ ਸਲੋ ਹੋਊਗਾ, ਠੀਕ ਹੈ। ਹੁਣ ਦੂਸਰੀ ਰਿਐਕਸ਼ਨ ਜਿਹੜੀ ਹੈ, ਦੂਸਰੀ ਰਿਐਕਸ਼ਨ ਕੀ ਹੋਊਗੀ? ਹਾਈਲੀ ਐਕਸੋਥਰਮਿਕ, ਠੀਕ ਹੈ, ਨੋਨ ਐਰੋਮੈਟਿਕ ਤੋਂ ਐਰੋਮੈਟਿਕ 'ਤੇ ਆ ਰਿਹਾ ਤਾਂ ਬਹੁਤ ਛੇਤੀ ਆ ਜਾਊਗਾ, ਠੀਕ ਹੈ, ਬਹੁਤ ਛੇਤੀ ਬੌਂਡ ਤੋੜ ਦੂਗਾ, ਉਨੀ ਛੇਤੀ ਉਹ ਥੱਲੇ ਆ ਜਾਊਗਾ ਅਤੇ ਬਹੁਤ ਜ਼ਿਆਦਾ ਫਾਸਟ ਸਪੀਡ 'ਤੇ ਹੁੰਦੀ ਹੈ ਇਹ ਰਿਐਕਸ਼ਨ, ਰੇਟ ਬਹੁਤ ਜ਼ਿਆਦਾ ਵੱਧ ਹੁੰਦਾ ਇਹਦਾ, ਠੀਕ ਹੈ। ਅਤੇ ਦੂਸਰੀ ਗੱਲ ਐਨਰਜੀ ਆਫ ਐਕਟੀਵੇਸ਼ਨ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ। ਕਿਉਂ? ਕਿਉਂਕਿ ਉਹ ਇੱਥੋਂ ਸਟੇਬਲ ਸਟੇਟ 'ਤੇ ਜਾਂਦਾ। ਇਹ ਗੱਲ ਦਾ ਵੀ ਧਿਆਨ ਰੱਖਿਓ ਵੀ ਇੱਥੋਂ ਇਹ ਸਟੇਬਲ ਤੋਂ ਅਨਸਟੇਬਲ ਜਾਂਦਾ, ਤਾਂ ਐਨਰਜੀ ਆਫ ਐਕਟੀਵੇਸ਼ਨ ਬਹੁਤ ਵੱਧ ਹੁੰਦੀ ਆ, ਠੀਕ ਹੈ। ਜਦੋਂ ਅਨਸਟੇਬਲ ਤੋਂ ਸਟੇਬਲ ਸਟੇਟ 'ਤੇ ਆਊਗਾ ਫਿਰ ਐਨਰਜੀ ਆਫ ਐਕਟੀਵੇਸ਼ਨ ਘੱਟ ਹੁੰਦੀ ਹੈ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਉਹ ਆਪਣੇ ਆਪ ਹੀ ਐਨਰਜੀ ਜਨਰੇਟ ਕਰਨ ਲੱਗ ਜਾਊਗਾ, ਉਹਨੂੰ ਬਾਹਰੋਂ ਐਨਰਜੀ ਲੈਣ ਦੀ ਲੋੜ ਨਹੀਂ ਪੈਂਦੀ ਜਦੋਂ ਉਹਨੂੰ ਸਟੇਬਿਲਿਟੀ ਅੱਗੇ ਦਿਖਦੀ ਹੈ, ਠੀਕ ਹੈ। ਤਾਂ ਆਹ 2 ਪੁਆਇੰਟਸ ਨੇ ਜਿਹੜੇ ਇਹਦੇ ਇਹ ਕਨਕਲੂਜ਼ਨ ਹੈ। ਨੈਕਸਟ ਹੈ ਆਪਣੇ ਕੋਲੇ 3rd ਟੋਪਿਕ, ਫਾਰਮੇਸ਼ਨ ਆਫ ਸਿਗਮਾ ਐਂਡ ਪਾਈ ਕੰਪਲੈਕਸਿਸ। ਇੱਕ ਗੱਲ ਦਾ ਧਿਆਨ ਦਿਓ, ਇੱਥੇ ਮੈਂ ਸ਼ੁਰੂ 'ਚ ਵੀ ਕਿਹਾ ਸੀ ਮਕੈਨਿਜ਼ਮ 'ਚ ਵੀ ਇਹਨੂੰ ਆਪਾਂ ਸਿਗਮਾ ਕੰਪਲੈਕਸ ਕਹਿੰਦੇ ਹਾਂ। ਹੁਣ ਉਹ ਕਿਉਂ ਕਹਿੰਦੇ ਆ ਉਹ ਹੁਣ ਦੇਖਾਂਗੇ ਆਪਾਂ, ਠੀਕ ਹੈ। ਵੈਸੇ ਤੁਸੀਂ ਪੜ੍ਹ ਲਿਓ ਇਹ, ਚਾਹੇ ਵੀਡੀਓ ਨੂੰ ਪਾਊਸ ਕਰਕੇ ਪੜ੍ਹ ਲਿਓ, ਚਾਹੇ PDF ਦੇ ਵਿੱਚੋਂ ਪੜ੍ਹ ਲਿਓ। ਮੇਨ ਜਿਹੜੀ ਗੱਲ ਹੈ ਉਹ ਇਹ ਹੈ। ਹੁਣ ਬੇਸਿਕਲੀ ਜਦੋਂ ਸਮਝੋਗੇ ਨਾ ਇਹਨੂੰ, ਤਾਂ ਇੱਥੇ ਆਪਾਂ ਪੜ੍ਹਦੇ ਕੀ ਹਾਂ, ਇਨੀਸ਼ੀਅਲੀ ਜਦੋਂ ਪੜ੍ਹਦੇ ਹਾਂ ਵੀ ਜਦੋਂ ਬੈਂਜ਼ੀਨ ਦੇ ਕੋਲੇ ਇਲੈਕਟ੍ਰੋਫਾਈਲ ਆਉਂਦਾ ਤਾਂ ਬੈਂਜ਼ੀਨ ਦਾ ਜਿਹੜਾ ਇਲੈਕਟ੍ਰੋਨ ਕਲਾਊਡ ਹੈ, ਪਾਈ ਇਲੈਕਟ੍ਰੋਨ ਕਲਾਊਡ ਹੈ ਜਿਹੜਾ ਬੈਂਜ਼ੀਨ ਦਾ, ਉਹਦੇ ਨਾਲ ਇਲੈਕਟ੍ਰੋਫਾਈਲ ਜਿਹੜਾ ਹੈ ਇੰਟਰੈਕਟ ਕਰਦਾ ਸਭ ਤੋਂ ਪਹਿਲਾਂ। ਉਸ ਤੋਂ ਬਾਅਦ 6 ਦੇ 6 ਇਲੈਕਟ੍ਰੋਨਸ ਨਾਲ ਇੰਟਰੈਕਟ ਕਰਦਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਪਾਈ ਇੰਟਰੈਕਸ਼ਨ ਹੋਊਗੀ। ਉਸ ਤੋਂ ਬਾਅਦ ਕੋਈ ਇੱਕ ਬੌਂਡ ਜਿਹੜਾ ਹੋਊਗਾ ਉਹਦੇ ਇਲੈਕਟ੍ਰੋਨਸ E ਕੋਲੇ ਚਲੇ ਜਾਣਗੇ ਅਤੇ ਉਸ ਬੌਂਡ ਦੇ ਇੱਕ ਕਾਰਬਨ ਨਾਲ E ਐਡ ਹੋ ਜਾਊਗਾ, ਦੂਸਰੀ ਕਾਰਬਨ 'ਤੇ ਪੋਜ਼ੀਟਿਵ ਚਾਰਜ ਆ ਜਾਊਗਾ, ਠੀਕ ਹੈ। ਆਹ ਚੀਜ਼ ਹੁੰਦੀ ਹੈ ਬੇਸਿਕਲੀ ਜਿਹੜੀ ਹੁੰਦੀ ਆ। ਤਾਂ ਆਪਾਂ ਕੀ ਕਰਦੇ ਹਾਂ, ਇੱਥੋਂ ਸਿੱਧਾ ਸਿਗਮਾ ਕੰਪਲੈਕਸ ਬਣਾ ਦਿੰਦੇ ਹਾਂ, ਠੀਕ ਹੈ। ਪਰ ਅਸਲ ਦੇ ਵਿੱਚ ਕੀ ਹੁੰਦਾ, ਇਹ ਪਹਿਲਾਂ ਜਦੋਂ ਇਹਦੇ ਨਾਲ ਇੰਟਰੈਕਟ ਕਰਦਾ ਤਾਂ ਪਹਿਲਾਂ ਪਾਈ ਇਲੈਕਟ੍ਰੋਨਸ ਨਾਲ ਇੰਟਰੈਕਟ ਕਰਦਾ। ਆ ਜਿਹੜਾ ਸਰਕਲ ਵਿੱਚ ਪਾਉਂਦੇ ਆਪਾਂ ਇਹਨੂੰ, ਇਹ ਕੀ ਸ਼ੋ ਕਰਦਾ ਵੀ ਇਹਦੇ ਇਲੈਕਟ੍ਰੋਨਸ ਨੇ ਜਿਹੜੇ ਉਹ ਡੀਲੋਕਲਾਈਜ਼ ਹੋਏ ਹੋਏ ਨੇ, ਠੀਕ ਹੈ। ਮਤਲਬ 6 ਦੀਆਂ 6 ਕਾਰਬਨਾਂ ਦੇ ਉੱਪਰ ਕੰਟੀਨਿਊਸਲੀ ਘੁੰਮ ਰਹੇ ਨੇ 6 ਇਲੈਕਟ੍ਰੋਨ, ਠੀਕ ਹੈ। ਤਾਂ
ਇਹ ਜਦੋਂ E ਪੋਜ਼ੀਟਿਵ ਨਾਲ ਇੰਟਰੈਕਟ ਕਰਦਾ, ਠੀਕ ਹੈ, ਤਾਂ ਉਸ ਟਾਈਮ 'ਤੇ 6 ਦੇ 6 ਇਲੈਕਟ੍ਰੋਨ E ਪੋਜ਼ੀਟਿਵ ਨਾਲ ਇੱਕ ਟਾਈਮ 'ਤੇ ਇੰਟਰੈਕਟ ਕਰਦੇ ਨੇ, ਅਤੇ 6 ਇਲੈਕਟ੍ਰੋਨ ਹੈ ਕਿਹੜੇ ਨੇ, ਉਹ ਪਾਈ ਇਲੈਕਟ੍ਰੋਨ। ਤਾਂ ਜਿਹੜੀ ਇਹ ਇੰਟਰੈਕਸ਼ਨ ਹੁੰਦੀ ਆ, ਆਪਾਂ ਐਰੋ ਪਾਵਾਂਗੇ, E ਤੱਕ ਐਰੋ ਪਾਵਾਂਗੇ ਇੱਥੋਂ ਸਰਕਲ ਦੇ ਵਿੱਚੋਂ, ਠੀਕ ਹੈ, ਮਤਲਬ ਪਾਈ ਇਲੈਕਟ੍ਰੋਨਸ E ਨਾਲ ਇੰਟਰੈਕਟ ਕਰ ਰਹੇ ਨੇ। ਤਾਂ ਇਹ ਜਿਹੜਾ ਇਹ ਆਪਣੇ ਕੋਲ ਮੂਵਮੈਂਟ ਹੈ, ਇੱਥੇ ਸਿਰਫ ਪਾਈ ਇਲੈਕਟ੍ਰੋਨਸ ਦੀ ਇੰਟਰੈਕਸ਼ਨ ਹੁੰਦੀ ਹੈ, ਇਸ ਲਈ ਜਿਹੜਾ ਇਹ ਕੰਪਲੈਕਸ ਬਣਦਾ, ਠੀਕ ਹੈ, ਇਸ ਨੂੰ ਆਪਾਂ ਕਹਿੰਦੇ ਹਾਂ ਪਾਈ ਕੰਪਲੈਕਸ। ਉਸ ਤੋਂ ਬਾਅਦ 3 ਡਬਲ ਬੌਂਡਸ ਦੇ ਵਿੱਚੋਂ ਕੋਈ ਇੱਕ ਡਬਲ ਬੌਂਡ ਆਪਣੇ ਇਲੈਕਟ੍ਰੋਨਸ E ਨੂੰ ਦੇ ਦਿੰਦਾ, ਠੀਕ ਹੈ। ਜਦੋਂ ਆਪਣੇ ਇਲੈਕਟ੍ਰੋਨ E ਨੂੰ ਦੇ ਦੂਗਾ ਤਾਂ ਇੱਕ ਕਾਰਬਨ ਦੇ ਨਾਲ E ਐਡ ਹੋ ਜਾਊਗਾ, ਦੂਸਰੀ ਕਾਰਬਨ ਦੇ ਉੱਪਰ ਪੋਜ਼ੀਟਿਵ ਚਾਰਜ ਆ ਜਾਊਗਾ, ਜਿਹੜਾ ਕਿ ਰੈਜ਼ੋਨੈਂਸ ਸਟੇਬਲਾਈਜ਼ ਹੋਊਗਾ। ਫਿਰ ਉਸ ਤੋਂ ਬਾਅਦ ਜਾ ਕੇ ਸਿਗਮਾ ਕੰਪਲੈਕਸ ਬਣੂਗਾ, ਠੀਕ ਹੈ। ਇਹੀ ਚੀਜ਼ ਦੁਬਾਰੇ ਹੁੰਦੀ ਆ ਦੂਸਰੇ ਸਟੈਪ ਦੇ ਵਿੱਚ, ਜਦੋਂ ਸਿਗਮਾ ਕੰਪਲੈਕਸ ਤੋਂ H ਪੋਜ਼ੀਟਿਵ ਰਿਲੀਜ਼ ਹੁੰਦਾ, ਠੀਕ ਹੈ, H ਪੋਜ਼ੀਟਿਵ ਲੂਜ਼ ਕਰਦਾ ਜਦੋਂ ਬੈਂਜ਼ੀਨ ਰਿੰਗ ਜਿਹੜੀ ਹੈ, ਜਦੋਂ ਲੂਜ਼ ਕਰ ਦੂਗਾ H ਪੋਜ਼ੀਟਿਵ ਨੂੰ, ਸਭ ਤੋਂ ਪਹਿਲਾਂ H ਪੋਜ਼ੀਟਿਵ ਜਿਹੜਾ ਹੈ ਉਹ ਪਾਈ ਇਲੈਕਟ੍ਰੋਨਸ ਕੋਲੇ ਜਾਊਗਾ। ਪਾਈ ਇਲੈਕਟ੍ਰੋਨਸ 6 ਦੇ 6 ਦੇ ਨਾਲ ਉਹ ਥੋੜ੍ਹੀ ਜਿਹੀ ਇੰਟਰੈਕਸ਼ਨ ਕਰੂਗਾ, ਉਸ ਤੋਂ ਬਾਅਦ ਉਹ ਕੰਪਲੀਟਲੀ ਜਿਹੜਾ ਹੈ ਉਹ ਰਿਲੀਜ਼ ਹੋ ਜਾਊਗਾ, ਕੰਪਲੀਟਲੀ ਲੂਜ਼ ਕਰ ਦੂਗਾ ਉਹਨੂੰ, ਠੀਕ ਹੈ। ਤਾਂ ਇੱਕ ਸਟੈਪ ਜਿਹੜਾ ਹੈ ਆਪਾਂ ਉਹ ਪਹਿਲਾਂ ਛੱਡਤਾ ਸੀਗਾ। ਜਦੋਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ, ਜਿਵੇਂ ਕਹਿੰਦੇ ਨੇ ਫੋਟੋ ਨੂੰ ਜ਼ੂਮ ਕਰੋ, ਜਿੰਨਾ ਓਨੀਆਂ ਉਹਦੀਆਂ ਕੁਆਲਿਟੀਜ਼ ਵੱਧ ਦਿਖਦੀਆਂ ਨੇ, ਉਹਨੇ ਵੱਧ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਤਾਂ ਜੇ ਓਵਰਆਲ ਰਿਐਕਸ਼ਨ ਦੇਖੀਏ ਤਾਂ ਓਵਰਆਲ ਰਿਐਕਸ਼ਨ ਆਪਾਂ ਨੂੰ ਪਤਾ ਕੀ ਹੁੰਦੀ ਆ, ਇੱਦਾਂ ਦੀ ਹੁੰਦੀ ਆ ਓਵਰਆਲ ਰਿਐਕਸ਼ਨ, ਠੀਕ ਹੈ। ਆਹ ਰਿਐਕਸ਼ਨ ਹੁੰਦੀ ਆ। ਜੇ ਥੋੜ੍ਹਾ ਜਿਹਾ ਇਹਨੂੰ ਜ਼ੂਮ ਕਰ ਲਈਏ, ਥੋੜ੍ਹਾ ਜਿਹਾ ਜ਼ੂਮ ਕਰਨ ਤੋਂ ਬਾਅਦ ਇਹੀ ਰਿਐਕਸ਼ਨ ਦੇ ਇੱਕ ਜਿੱਥੇ ਹਾਈਟ ਆਉਂਦੀ ਸੀ, ਮੈਕਸੀਮਮ ਆਉਂਦਾ ਸੀ, ਉੱਥੇ 2 ਮੈਕਸੀਮਮ ਅਤੇ 1 ਮਿਨੀਮਮ ਬਣ ਜਾਂਦਾ, ਠੀਕ ਹੈ। ਜੇ ਹੋਰ ਜ਼ੂਮ ਕਰ ਲਈਏ ਫਿਰ ਆਪਾਂ ਨੂੰ ਇੱਥੇ ਪਾਈ ਕੰਪਲੈਕਸ ਵੀ ਦਿਖੂਗਾ, ਠੀਕ ਹੈ। ਤਾਂ ਇਹ ਚੀਜ਼ਾਂ ਨੇ, ਮਤਲਬ ਜਿੰਨਾ ਡੀਪ ਆਪਾਂ ਜਾਈ ਜਾਵਾਂਗੇ ਓਨਾ ਹੀ ਡੀਪ ਜਿਹੜੀਆਂ ਹੈ ਰਿਐਕਸ਼ਨਸ ਦੇ ਵਿੱਚ ਆਪਾਂ ਆਈ ਜਾਵਾਂਗੇ। ਤਾਂ ਇਹਦੇ ਵਿੱਚ ਬੇਸਿਕਲੀ 2 ਚੀਜ਼ਾਂ ਸੀਗੀਆਂ ਇਹ, ਠੀਕ ਹੈ। ਹੁਣ ਜੇ ਆਪਾਂ ਦੋਨੇ ਚੀਜ਼ਾਂ ਇਹ ਇਨਕਲੂਡ ਕਰ ਦਿੰਦੇ ਆਂਗੇ, ਕਿਹਦੇ ਵਿੱਚ ਇਨਕਲੂਡ ਕਰਨੀਆਂ ਨੇ, ਆਪਾਂ ਇਨਕਲੂਡ ਕਰ ਦਿੰਦੇ ਹਾਂ ਜੇ ਦੋਨੇ ਚੀਜ਼ਾਂ ਆਪਾਂ ਗ੍ਰਾਫ ਦੇ ਵਿੱਚ, ਮਤਲਬ ਐਨਰਜੀ ਪ੍ਰੋਫਾਈਲ ਡਾਇਗਰਾਮ ਦੇ ਵਿੱਚ, ਤਾਂ ਆਪਣੇ ਕੋਲ 2 ਤਰ੍ਹਾਂ ਦੀਆਂ ਐਨਰਜੀ ਪ੍ਰੋਫਾਈਲ ਡਾਇਗਰਾਮਸ ਬਣਨਗੀਆਂ, ਠੀਕ ਹੈ। ਆਹ ਜਿਹੜੀਆਂ ਨੇ ਐਨਰਜੀ ਪ੍ਰੋਫਾਈਲ ਡਾਇਗਰਾਮਸ ਆ ਪਈਆਂ ਨੇ ਆਪਣੇ ਕੋਲ, ਠੀਕ ਹੈ। ਹੁਣ ਪਹਿਲੀ ਚੀਜ਼ ਜਿਹੜੀ ਹੈ ਇਹਦੇ ਵਿੱਚ ਉਹ ਇਹ ਸਮਝਣ ਵਾਲੀ ਹੈ ਵੀ 2 ਚੀਜ਼ਾਂ ਆਪਣੇ ਕੋਲ ਬਣਦੀਆਂ, ਇੱਕ ਸਿਗਮਾ ਕੰਪਲੈਕਸ, ਇੱਕ ਪਾਈ ਕੰਪਲੈਕਸ। ਹੁਣ ਆਪਾਂ ਕਹਿੰਦੇ ਹਾਂ ਵੀ ਜਿਹੜਾ ਸਿਗਮਾ ਕੰਪਲੈਕਸ ਬਣਦਾ ਉਹ ਰੇਟ ਡਿਟਰਮਾਈਨਿੰਗ ਸਟੈਪ ਹੈ। ਹੁਣ ਪਾਈ ਕੰਪਲੈਕਸ ਤਾਂ ਹੁਣ ਦੂਸਰਾ ਸਟੈਪ ਤਾਂ ਪਿੱਛੋਂ ਰਹਿ ਗਿਆ, ਪਰ ਪਾਈ ਕੰਪਲੈਕਸ ਤਾਂ ਸਿਗਮਾ ਵਾਲੇ ਦੇ ਵਿੱਚ ਹੀ ਬਣਦਾ, ਠੀਕ ਹੈ। ਤਾਂ ਕਈ ਇਹੋ ਜਿਹੀਆਂ ਰਿਐਕਸ਼ਨਾਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਈ ਕੰਪਲੈਕਸ ਹੈ ਜਿਹੜਾ, ਉਹਨੂੰ ਆਪਾਂ ਰੇਟ ਡਿਟਰਮਾਈਨਿੰਗ ਸਟੈਪ ਕਹਿ ਸਕਦੇ ਹਾਂ। ਅਤੇ ਕਈ ਰਿਐਕਸ਼ਨਾਂ ਇੱਦਾਂ ਦੀਆਂ ਹੋਣਗੀਆਂ ਜਿਹਦੇ ਵਿੱਚ ਸਿਗਮਾ ਕੰਪਲੈਕਸ ਬਣਨ ਦੀ ਜਿਹੜੀ ਰੇਟ ਹੈ ਉਹਨੂੰ ਆਪਾਂ ਰੇਟ ਡਿਟਰਮਾਈਨਿੰਗ ਸਟੈਪ ਕਹਿ ਸਕਦੇ ਹਾਂ। ਤਾਂ ਮਤਲਬ ਪਹਿਲਾ ਸਟੈਪ ਜਿਹੜਾ ਹੈ ਉਹ ਫਰਦਰ 2 ਸਟੈਪਸ ਦੇ ਵਿੱਚ ਟੁੱਟ ਗਿਆ, ਜਿਹੜਾ ਦੂਸਰਾ ਸਟੈਪ ਹੈ ਉਹ ਫਰਦਰ 2 ਸਟੈਪਸ ਦੇ ਵਿੱਚ ਟੁੱਟ ਗਿਆ, ਠੀਕ ਹੈ। ਆਪਣੇ ਕੋਲ ਹੈ ਕੀ ਸੀਗਾ, ਆਪਣੇ ਕੋਲ ਸੀਗਾ ਆਹ, ਠੀਕ ਹੈ, ਜਿਹੜਾ ਆਹ ਸੀ, ਜਿਹਨੂੰ ਆਪਾਂ ਨਾ ਦੇਖੀਏ ਤਾਂ ਇਹ ਤੋਂ ਆਹ ਬਣਦਾ ਜਿਹੜਾ ਇਹ ਪਹਿਲਾ ਸਟੈਪ ਸੀਗਾ, ਪਰ ਆਪਾਂ ਵਿਚਾਲੇ ਆ ਵੀ ਲਿਆਤਾ ਤਾਂ ਪਹਿਲਾ ਸਟੈਪ ਦਾ ਪਹਿਲਾ ਪਾਰਟ, ਪਹਿਲੇ ਸਟੈਪ ਦਾ ਦੂਜਾ ਪਾਰਟ। ਇਸੇ ਤਰ੍ਹਾਂ ਹੀ ਆਹ ਦੂਸਰਾ ਸਟੈਪ ਸੀਗਾ, ਇੱਥੋਂ ਕੰਪਲੀਟ ਆਹ, ਠੀਕ ਹੈ। ਆਪਾਂ ਇਹਨੂੰ ਤੋੜਤਾ, ਆ ਦੂਜੇ ਦਾ ਪਹਿਲਾ ਪਾਰਟ, ਦੂਸਰੇ ਦਾ ਦੂਸਰਾ ਪਾਰਟ, ਠੀਕ ਹੈ। ਤਾਂ ਟੋਟਲ ਜਿਹੜੀ ਇੱਕ ਰਿਐਕਸ਼ਨ ਸੀ, ਆਪਾਂ ਪਹਿਲਾਂ ਕਿਹਾ ਵੀ ਪਹਿਲਾਂ ਇਹ ਤੋਂ ਆਹ ਬਣਦਾ, ਇਹ ਤੋਂ ਆਹ ਬਣਦਾ, ਇੱਕ ਰਿਐਕਸ਼ਨ ਨੂੰ ਆਪਾਂ ਆਹ ਕਹਿਤਾ, ਠੀਕ ਹੈ। ਉਸ ਤੋਂ ਬਾਅਦ ਉਹ ਜਿਹੜੇ 2 ਪਾਰਟ ਬਣਾਏ ਸੀ ਉਹਨਾਂ ਦੇ ਵੀ ਅੱਗੇ 2-2 ਪਾਰਟ ਕਰਤੇ। ਹੁਣ ਜਦੋਂ ਅੱਗੇ 2-2 ਪਾਰਟ ਕਰਤੇ ਤਾਂ ਆਪਾਂ ਨੂੰ ਪਤਾ ਵੀ ਹਾਂ ਜਿੱਥੇ ਇੱਕ ਮੈਕਸੀਮਮ ਬਣਦਾ ਸੀ ਉਹਦੇ ਪਹਿਲਾਂ 2 ਬਣੇ, ਜੇ ਹੁਣ ਉਹਨਾਂ ਦੇ ਵੀ 2-2 ਪਾਰਟ ਕਰਤੇ ਤਾਂ ਮੈਕਸੀਮਮ ਕਿੰਨੇ ਬਣਨਗੇ, 4, 1 2 3 4, ਠੀਕ ਹੈ। ਇਸੇ ਤਰ੍ਹਾਂ 1 2 3 4। ਹੁਣ ਫ਼ਰਕ ਕੀ ਹੈ ਦੋਨਾਂ ਦੇ ਵਿੱਚ? ਫ਼ਰਕ ਇਹ ਹੈ ਵੀ ਜਿਹੜੀਆਂ ਤਾਂ ਰਿਐਕਸ਼ਨਸ ਦੇ ਵਿੱਚ ਆ ਥੱਲੇ ਮੈਂ ਲਿਖਿਆ ਹੋਇਆ, ਠੀਕ ਹੈ, ਜਿਨ੍ਹਾਂ ਦੇ ਵਿੱਚ ਸਿਗਮਾ ਕੰਪਲੈਕਸ ਫਾਰਮੇਸ਼ਨ ਇਜ਼ ਰੇਟ ਡਿਟਰਮਾਈਨਿੰਗ ਸਟੈਪ ਹੋਊਗਾ, ਉਹਨਾਂ ਦਾ ਗ੍ਰਾਫ ਇੱਦਾਂ ਦਾ ਹੋਊਗਾ। ਜਿਨ੍ਹਾਂ ਦੇ ਵਿੱਚ ਪਾਈ ਕੰਪਲੈਕਸ ਹੈ ਜਿਹੜਾ ਉਹ ਰੇਟ ਡਿਟਰਮਾਈਨਿੰਗ ਸਟੈਪ ਹੋਊਗਾ, ਉਹਨਾਂ ਦਾ ਗ੍ਰਾਫ ਇੱਦਾਂ ਦਾ ਹੋਊਗਾ। ਹੁਣ ਇੱਕ ਗੱਲ ਨਾ ਬੇਸਿਕਲੀ ਧਿਆਨ ਰੱਖਿਓ, ਜਦੋਂ ਵੀ ਬਣਾਉਂਦੇ ਹੋ ਨਾ ਆਹ ਐਨਰਜੀ ਪ੍ਰੋਫਾਈਲ ਡਾਇਗਰਾਮ, ਤਾਂ ਜਿਹੜਾ ਪਹਿਲਾ ਮੈਕਸੀਮਾ ਹੈ ਉਹਨੂੰ ਵੱਡਾ ਬਣਾਇਓ, ਦੂਸਰੇ ਮੈਕਸੀਮੇ ਨੂੰ ਛੋਟਾ ਬਣਾਇਓ ਹਮੇਸ਼ਾ। ਇਹ ਚੀਜ਼ ਦਾ ਧਿਆਨ ਰੱਖਿਓ, ਪਹਿਲਾ ਮੈਕਸੀਮਾ ਵੱਡਾ ਬਣੂਗਾ, ਦੂਸਰਾ ਮੈਕਸੀਮਾ ਛੋਟਾ ਬਣੂਗਾ। ਇਹਨਾਂ 'ਚ ਵੀ ਜੇ ਦੇਖੋ, ਠੀਕ ਹੈ, ਤਾਂ ਪਹਿਲੇ 2 ਮੈਕਸੀਮੇ ਨੇ ਜਿਹੜੇ ਉਹ ਪਹਿਲੇ ਸਟੈਪ ਤੋਂ ਬਣੇ ਆ, ਉਹ ਹਮੇਸ਼ਾ ਵੱਡੇ, ਉਹਨਾਂ ਦੇ ਵਿੱਚੋਂ ਕੋਈ ਇੱਕ ਲਾ ਲਓ ਚਾਹੇ ਦੋਨੇ ਲਾ ਲਓ, ਵੀ ਉਹ ਦੂਸਰੇ ਦੋਨਾਂ ਮੈਕਸੀਮਾ ਤੋਂ ਵੱਡਾ ਹੋਊਗਾ। ਇਸੇ ਤਰ੍ਹਾਂ ਹੀ ਇੱਧਰ ਆ ਦੋਨੇ ਵੱਡੇ ਨੇ ਇਹਨਾਂ ਦੋਨਾਂ ਨਾਲੋਂ, ਠੀਕ ਹੈ। ਇਹ ਹਮੇਸ਼ਾ ਗੱਲ ਧਿਆਨ 'ਚ ਰੱਖਣੀ ਹੈ, ਕਿਉਂਕਿ ਸੈਕਿੰਡ ਸਟੈਪ ਹੈ ਜਿਹੜਾ ਫਾਸਟ ਸਟੈਪ ਹੋਊਗਾ ਉਹਨੂੰ ਐਨਰਜੀ ਘੱਟ ਚਾਹੀਦੀ ਹੈ, ਐਕਟੀਵੇਸ਼ਨ ਐਨਰਜੀ ਉਹਦੀ ਘੱਟ ਹੁੰਦੀ ਆ, ਆਪਾਂ ਪਹਿਲਾਂ ਵੀ ਪੜ੍ਹਿਆ, ਠੀਕ ਹੈ।
ਤਾਂ ਇਹ ਚੀਜ਼ ਦਾ ਧਿਆਨ ਰੱਖਿਓ। ਹੁਣ ਇਹਦੇ ਵਿੱਚ ਕੀ ਹੈ, ਬੇਸਿਕ ਆਪਾਂ ਦੂਸਰੇ ਸਟੈਪ 'ਤੇ ਤਾਂ ਜਾਣਾ ਹੀ ਨਹੀਂ, ਆਪਾਂ ਤਾਂ ਪਹਿਲੇ ਸਟੈਪ 'ਤੇ ਹੀ ਰਹਿ ਗਏ ਵੀ ਸਿਗਮਾ ਕੰਪਲੈਕਸ ਜਿਹੜਾ ਰੇਟ ਡਿਟਰਮਾਈਨਿੰਗ ਹੋਊਗਾ ਜਾਂ ਪਾਈ ਕੰਪਲੈਕਸ ਰੇਟ ਡਿਟਰਮਾਈਨਿੰਗ ਹੋਊਗਾ। ਉਹਦੇ ਲਈ ਸਿਰਫ ਆਪਾਂ ਆਹ ਦੋ ਮੈਕਸਿਮੇ ਦੇਖਣੇ ਆ। ਹੁਣ ਇਹਨਾਂ ਦੋ ਮੈਕਸਿਮਾਂ 'ਚ ਦੇਖੋ ਵੀ ਕਿਹਦੀ ਹਾਈਟ ਵੱਧ ਹੈ। ਜਿਹਦੀ ਹਾਈਟ, ਹੁਣ ਜਿਹੜਾ ਪਹਿਲਾ ਮੈਕਸਿਮਾ ਹੈ ਇੱਥੇ ਪਾਈ ਕੰਪਲੈਕਸ ਬਣਦਾ, ਦੂਸਰੇ ਮੈਕਸਿਮੇ 'ਤੇ ਸਿਗਮਾ ਕੰਪਲੈਕਸ ਬਣਦਾ। ਜਿਹਦੀ ਹਾਈਟ ਵੱਧ ਹੋਊਗੀ, ਠੀਕ ਹੈ, ਉਹ ਰੇਟ ਡਿਟਰਮਾਈਨਿੰਗ ਹੋਊਗਾ, ਸਿੰਪਲ ਹੈ, ਠੀਕ ਹੈ। ਹੁਣ ਇਹਦੇ ਵਿੱਚ ਇਹਦੀ ਇੰਨੀ ਕੁ ਹਾਈਟ ਹੈ, ਇਹਦੀ ਹਾਈਟ ਇੰਨੀ ਹੈ, ਤਾਂ ਇੱਥੇ ਐਕਟੀਵੇਸ਼ਨ ਐਨਰਜੀ ਇੰਨੀ ਹੈ, ਇੱਥੇ ਐਕਟੀਵੇਸ਼ਨ ਐਨਰਜੀ ਇੰਨੀ ਕੁ ਹੈ, ਤਾਂ ਕਿਹੜੀ ਵੱਧ ਹੈ, ਆਹ। ਜਿੰਨੀ ਐਕਟੀਵੇਸ਼ਨ ਐਨਰਜੀ ਵੱਧ ਹੋਊਗੀ, ਠੀਕ ਹੈ, ਓਨਾ ਹੀ ਉਹ ਰੇਟ ਡਿਟਰਮਾਈਨਿੰਗ ਸਟੈਪ ਵੱਧ ਹੋਊਗਾ, ਕਿਉਂਕਿ ਜਿੰਨੀ ਐਕਟੀਵੇਸ਼ਨ ਐਨਰਜੀ ਵੱਧ ਹੋਊਗੀ ਉਹਨਾਂ ਸਲੋ ਚੱਲੂਗਾ ਉਹ। ਇਹੀ ਚੀਜ਼ ਇੱਥੇ ਸੀ, ਦੇਖੋ ਇਹਦੀ ਐਕਟੀਵੇਸ਼ਨ ਐਨਰਜੀ ਵੱਧ ਸੀ, ਇਹ ਸਲੋ ਸੀ ਰਿਐਕਸ਼ਨ। ਜਿਹਦੀ ਐਕਟੀਵੇਸ਼ਨ ਐਨਰਜੀ ਘੱਟ ਹੈ ਉਹ ਰਿਐਕਸ਼ਨ ਜਿਹੜੀ ਹੈ ਫਾਸਟ ਹੈ। ਹੁਣ ਇੱਥੇ ਦੇਖੋ ਇਹਦੀ ਐਕਟੀਵੇਸ਼ਨ ਐਨਰਜੀ ਵੱਧ ਹੈ, ਇਹ ਰਿਐਕਸ਼ਨ ਜਿਹੜੀ ਹੈ, ਇਹ ਐਕਟੀਵੇਸ਼ਨ ਐਨਰਜੀ ਹੈ ਕਿਹਦੀ ਹੈ, ਇੱਥੋਂ ਜਦੋਂ ਇੱਥੇ ਜਾਂਦੇ ਆ, ਠੀਕ ਹੈ, ਤਾਂ ਇਹ ਜਿਹੜੀ ਹੈ ਇਹ ਫਾਸਟ ਹੈ, ਸੌਰੀ ਇਹ ਸਲੋ ਰਿਐਕਸ਼ਨ ਹੈ। ਆਹ ਰਿਐਕਸ਼ਨ ਇਜ਼ ਕੰਪੇਅਰ ਟੂ ਦਿਸ ਵਨ ਫਾਸਟ ਹੈ, ਕਿਉਂਕਿ ਇਹਦੀ ਐਕਟੀਵੇਸ਼ਨ ਐਨਰਜੀ ਘੱਟ ਹੈ, ਠੀਕ ਹੈ। ਤਾਂ ਜਿਹੜੀ ਆਹ ਸਲੋ ਰਿਐਕਸ਼ਨ ਹੋਊਗੀ ਦਿਸ ਵਾਲੀ, ਇੱਥੋਂ ਇੱਥੇ ਜਾਣ ਵਾਲੀ ਰਿਐਕਸ਼ਨ, ਮਤਲਬ ਪਾਈ ਤੋਂ ਸਿਗਮਾ ਕੰਪਲੈਕਸ ਬਣਨ ਵਾਲੀ ਰਿਐਕਸ਼ਨ, ਇਹ ਰੇਟ ਡਿਟਰਮਾਈਨਿੰਗ ਸਟੈਪ ਹੈ। ਹੁਣ ਇੱਥੇ ਦੇਖੋ, ਇੱਥੇ ਪਾਈ ਕੰਪਲੈਕਸ ਬਣਦਾ ਜਦੋਂ, ਤਾਂ ਉਹਨੂੰ ਇੰਨੀ ਐਨਰਜੀ ਚਾਹੀਦੀ ਹੈ। ਜਦੋਂ ਪਾਈ ਤੋਂ ਸਿਗਮਾ ਬਣਦਾ ਉਹਨੂੰ ਇੰਨੀ ਕੁ ਐਨਰਜੀ ਚਾਹੀਦੀ ਹੈ, ਤਾਂ ਉੱਥੇ ਐਨਰਜੀ ਗੈਪ ਘੱਟ ਗਿਆ, ਠੀਕ ਹੈ। ਤਾਂ ਇੱਥੇ ਰੇਟ ਡਿਟਰਮਾਈਨਿੰਗ ਕੀ ਹੋਊਗਾ, ਪਾਈ ਕੰਪਲੈਕਸ ਹੈ ਜਿਹੜਾ, ਉਹਦੀ ਐਨਰਜੀ ਐਕਟੀਵੇਸ਼ਨ ਐਨਰਜੀ ਵੱਧ ਹੈ, ਤਾਂ ਉਹ ਰਿਐਕਸ਼ਨ ਸਲੋ ਹੋਊਗੀ, ਤਾਂ ਉਹਦਾ ਰੇਟ ਡਿਟਰਮਾਈਨਿੰਗ ਸਟੈਪ ਕਿਹੜਾ ਹੋਊਗਾ, ਪਾਈ ਕੰਪਲੈਕਸ, ਠੀਕ ਹੈ। ਇੱਧਰ ਹੋਊਗਾ ਸਿਗਮਾ ਕੰਪਲੈਕਸ। ਬਾਕੀ ਇਹਨੂੰ ਡਿਟੇਲ ਦੇ ਵਿੱਚ ਪੜ੍ਹ ਲਿਓ ਤੁਸੀਂ, ਠੀਕ ਹੈ। ਅਤੇ ਇਹ ਵੀਡੀਓ ਦੇ ਵਿੱਚ ਸਾਰੀ ਥਿਊਰੀ ਮੈਂ ਇਸ ਵੀਡੀਓ ਦੇ ਵਿੱਚ ਕਵਰ ਕਰਤੀ ਹੈ, ਠੀਕ ਹੈ। ਅਗਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਦੇ ਵਿੱਚ ਰਿਐਕਸ਼ਨਸ ਕਰਾਂਗੇ, ਮਕੈਨਿਜ਼ਮ ਕਰਾਂਗੇ, ਡਿਫਰੈਂਟ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਾਂ, ਠੀਕ ਹੈ। ਅਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ, ਥੈਂਕ ਯੂ।